ਵਾਹਿਗੁਰੂ जी का खालसा वाहिगुरू जी की फतेह। प्रोग्राम खास गलबात ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪ੍ਰੀ ਵੈਡਿੰਗ ਦੇ ਉੱਤੇ। ਪ੍ਰੀ ਵੈਡਿੰਗ ਯਾਨੀ ਕਿ ਵਿਆਹ ਤੋਂ ਪਹਿਲਾਂ ਇੱਕ ਸ਼ੂਟ ਕੀਤਾ ਜਾਂਦਾ ਜਿਸ ਨੂੰ ਪ੍ਰੀ ਵੈਡਿੰਗ ਕਿਹਾ ਜਾਂਦਾ ਆ। ਸੋ ਇਸ ਦੇ ਉੱਤੇ ਵਧੇਰੇ ਜਾਣਕਾਰੀ ਜਿਹੜੀ ਆ ਅਸੀਂ ਲਵਾਂਗੇ ਸਰਦਾਰ ਕਵਲਜੀਤ ਸਿੰਘ ਸਿੱਧੂ ਹੋਰਾਂ ਦੇ ਕੋਲੋਂ ਤੇ ਉਹਨਾਂ ਤੋਂ ਜਾਣਾਂਗੇ ਕਿ ਪ੍ਰੀ ਵੈਡਿੰਗ ਜਿਹੜੀ ਆ ਹੈ ਕੀ ਆ ਤੇ ਕਿਵੇਂ ਇਸ ਦਾ ਚੱਲਣ ਜਿਹੜਾ ਆ ਉਹ ਵੱਧ ਰਿਹਾ ਆ, ਕਿਉਂਕਿ ਲਗਾਤਾਰ ਸਮਾਜ ਦੇ ਵਿੱਚ ਇਹ ਗੱਲ ਚੱਲ ਰਹੀ ਆ ਕਿ ਸਿੰਪਲ ਵਿਆਹ ਜਿਹੜੇ ਆ ਉਹ ਹੋਣੇ ਚਾਹੀਦੇ ਆ, ਖਰਚਾ ਜ਼ਿਆਦਾ ਨਹੀਂ ਹੋਣਾ ਚਾਹੀਦਾ। ਪਰ ਜਿੱਥੇ ਵਿਆਹਾਂ ਦੇ ਵਿੱਚ ਮੂਵੀ ਬਣਦੀ ਆ ਉਸ ਦੇ ਨਾਲ ਵਿਆਹ ਤੋਂ ਪਹਿਲਾਂ ਹੀ ਇੱਕ ਪ੍ਰੀ ਵੈਡਿੰਗ ਦਾ ਨਵਾਂ ਰੁਝਾਨ ਜਿਹੜਾ ਆ ਉਹ ਤੁਰ ਪਿਆ ਆ। ਸੋ ਹਰੇਕ ਲੜਕਾ ਲੜਕੀ ਜਿਹੜਾ ਆ ਉਹ ਚਾਹੁੰਦਾ ਕਿ ਪ੍ਰੀ ਵੈਡਿੰਗ ਉਹਦੀ ਸ਼ੂਟ ਜਿਹੜਾ ਆ ਉਹ ਜ਼ਰੂਰ ਹੋਵੇ। ਸੋ ਇਸ ਦੇ ਉੱਤੇ ਜਿਹੜੀ ਜ਼ਿਆਦਾ ਜਾਣਕਾਰੀ ਵਾਸਤੇ ਅਸੀਂ ਕਵਲਜੀਤ ਸਿੰਘ ਸਿੱਧੂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨੂੰ ਫਤਿਹ ਦੀ ਸਾਂਝ ਪਾਉਂਦੇ ਹਾਂ। ਸਿੱਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਸਿੱਧੂ ਸਾਹਿਬ, ਪ੍ਰੀ ਵੈਡਿੰਗ ਦਾ ਚੱਲਣ ਜਿਹੜਾ ਆਇਆ ਪੰਜਾਬ ਦੇ ਵਿੱਚ ਕਿਵੇਂ ਆਇਆ ਤੇ ਆਖਿਰ ਦੇ ਵਿੱਚ ਪ੍ਰੀ ਵੈਡਿੰਗ ਜਿਹੜੀ ਆ ਇਹ ਹੈ ਕੀ ਆ? ਜੀ, ਮੈਂ ਇੱਕ ਕਹਾਵਤ ਤੋਂ ਗੱਲ ਸ਼ੁਰੂ ਕਰੂੰਗਾ ਗਿੱਲ ਸਾਹਿਬ ਜੀ ਕਿ ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁੱਖੇ। ਅੱਜ ਹਾਲਾਤ ਉਹ ਆ ਕਿ ਸਾਡਾ ਜਿਹੜਾ ਸੁੱਚਾ ਦੁੱਧ ਰਸਮਾਂ ਰਿਵਾਜਾਂ ਦਾ ਸੀਗਾ ਉਹ ਕਾਂਜੀ ਦੀ ਤਰ੍ਹਾਂ ਉਹ ਵੀ ਜਿਹੜਾ ਆ ਬਦਰੰਗ ਹੁੰਦਾ ਜਾ ਰਿਹਾ, ਖੱਟਾ ਹੁੰਦਾ ਜਾ ਰਿਹਾ ਹੈਗਾ ਜੀ। ਇਹ ਜਿਹੜੀ ਪ੍ਰੀ ਵੈਡਿੰਗ ਹੈ ਗਿੱਲ ਸਾਹਿਬ ਕੋਈ 6 ਸਾਲ ਹੋ ਗਏ ਆ ਪੰਜਾਬ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਨੂੰ। ਤੇ ਜੇ ਮੈਂ ਕਹਾਂ ਕਿ ਪੰਜਾਬ ਦੇ ਜਿਹੜੇ ਮਹਾਨਗਰ ਆ ਉਹਨਾਂ ਤੋਂ ਸ਼ੁਰੂਆਤ ਹੋਈ ਆ ਬਾਲੀਵੁੱਡ ਦੀ ਤਰਜ਼ ਦੇ ਉੱਤੇ, ਜਿਵੇਂ ਕਿ ਉੱਥੇ ਵਿਆਹਾਂ ਦੇ ਵਿੱਚ ਦਿਖਾਇਆ ਜਾਂਦਾ ਸੀਗਾ। ਕੁਛ ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਬਹੁਤ ਵੱਡੇ ਅਮੀਰ ਵਿਆਹ ਕੰਪਨੀਆਂ ਵਾਲੇ ਕੀ ਕਰਦੇ ਸੀਗੇ, MTV ਜਾਂ V ਚੈਨਲ ਜਾਂ ਸੋਨੀ TV ਇੱਦਾਂ ਦੇ ਜਿੰਨੇ TV ਚੈਨਲ ਆਪਣੇ ਚੱਲਦੇ ਪਏ ਸੀਗੇ, ਲੋਕ ਉਹਨੂੰ ਦੇਖਦੇ ਸੀ ਤੇ ਉੱਥੇ ਦੇਖਦੇ ਸੀਗੇ ਵੀ ਕੰਪਨੀ ਇੱਕ ਪਰਿਵਾਰ ਦਾ ਖਰਚਾ ਕਰਦੀ ਪਈ ਹੈ। ਉਹ ਖਰਚਾ ਕੀ ਹੁੰਦਾ ਸੀ, ਜਾ ਕੇ ਉਹ ਕੰਪਨੀ ਹੀ ਸਾਰੇ ਉਹਨਾਂ ਨੂੰ ਜਿਹੜਾ ਲੀੜਾ ਕੱਪੜਾ ਜਿੰਨਾ ਵੀ ਗਹਿਣਾ ਗੱਟਾ ਸੀਗਾ ਜੋ ਵੀ ਖਰਚਾ ਆਉਂਦਾ ਸੀ ਉਹ ਦਵਾਉਂਦੇ ਸੀ। ਤੇ ਵਿਆਹ ਤੋਂ ਪਹਿਲਾਂ ਜਿਹੜਾ ਸੀਗਾ ਉਹ ਮੁੰਡਾ ਕੁੜੀ ਦੋਵੇਂ ਆਪਸ ਵਿੱਚ ਮਿਲ ਕੇ ਉਹ ਕੀ ਕਰਦੇ ਸੀਗੇ, ਫੋਟੋ ਸ਼ੂਟ ਕਰਦੇ ਸੀ, ਫਿਰ ਉਹ ਵੀਡੀਓ ਸ਼ੂਟ ਕਰਦੇ ਸੀਗੇ, ਚਾਹੇ ਤਾਂ ਉਹ ਰਵਾਇਤੀ ਪਹਿਰਾਵੇ ਦੇ ਵਿੱਚ ਸੀਗੀ, ਚਾਹੇ ਉਹ ਕਹਿ ਸਕਦੇ ਹੈਗੇ ਕਿ ਪੁਰਾਣੀਆਂ ਜਿਹੜੀਆਂ ਬਿਲਡਿੰਗਾਂ ਆ, ਇਮਾਰਤਾਂ ਆ, ਵਿਰਾਸਤੀ ਇਮਾਰਤਾਂ ਆ, ਉਸ ਜਗ੍ਹਾ ਦੇ ਉੱਤੇ ਜਾ ਕੇ ਸ਼ੂਟ ਕਰਦੇ ਸੀਗੇ। ਫਿਰ ਇਹ ਜਿਹੜੀ ਮੂਵੀ ਜਾਂ ਇਹ ਜਿਹੜੀ ਫੋਟੋਗ੍ਰਾਫੀ ਕੀਤੀ ਜਾਂਦੀ ਸੀ, ਜਿਸ ਦਿਨ ਮੁੰਡੇ ਕੁੜੀ ਦਾ ਵਿਆਹ ਹੁੰਦਾ ਆ ਉਸ ਦਿਨ ਫਿਰ ਉਹ ਵਿਆਹ ਦੇ ਮੌਕੇ ਉੱਤੇ ਇੱਕ ਪਾਸੇ ਵਿਆਹ ਹੋ ਰਿਹਾ ਹੁੰਦਾ ਆ, ਜੰਨ ਬੈਠੀ ਹੁੰਦੀ ਆ, ਰਿਸ਼ਤੇਦਾਰ ਮੇਲ ਬੈਠਿਆ ਹੁੰਦਾ ਆ, ਉੱਥੇ ਇਹ ਚਲਾਈ ਜਾਂਦੀ ਹੈ। ਪ੍ਰੀ ਵੈਡਿੰਗ ਜਿਹੜੀ ਆ ਇਸ ਦੀ ਕਾਰਡ ਦੀ ਗੱਲ ਕਰੀਏ ਤਾਂ ਕਾਰਡ ਕਿੰਨੇ ਕੱਢੀ ਆ ਪ੍ਰੀ ਵੈਡਿੰਗ ਦੀ, ਤੇ ਕਿਵੇਂ ਹੁਣ ਇਹ ਆਮ ਹਰੇਕ ਹੀ ਵਿਆਹ ਦੇ ਵਿੱਚ ਇਹਦਾ ਚੱਲਣ ਜਿਹੜਾ ਆ ਉਹ ਬਣਦਾ ਜਾ ਰਿਹਾ ਕਿ ਪ੍ਰੀ ਵੈਡਿੰਗ ਜਿਹੜੀ ਆ ਉਹ ਅਸੀਂ ਕਰਾਉਣੀ ਹੀ ਕਰਾਉਣੀ ਆ? ਬਿਲਕੁਲ, ਦੇਖੋ ਪ੍ਰੀ ਵੈਡਿੰਗ ਦੀ ਜਿਹੜੀ ਕਾਰਡ ਆ ਅਸਲ ਦੇ ਵਿੱਚ ਇਹ ਸੀਗਾ ਕਿ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ ਸਾਨੂੰ ਜ਼ਿਆਦਾਤਰ ਜਿਹੜਾ ਪੱਛਮੀਕਰਨ ਹੋਇਆ, ਪੱਛਮੀਕਰਨ ਦੇ ਵਿੱਚ ਇਹ ਹੁੰਦਾ ਕਿ ਮੁੰਡਾ ਕੁੜੀ ਜਿਹੜੇ ਆ ਉਹ ਵਿਆਹ ਤੋਂ ਪਹਿਲਾਂ ਆਮ ਮੇਨ ਮੁਲਾਕਾਤਾਂ ਦਾ ਜਿਹੜਾ ਸਿਲਸਿਲਾ ਹੈ ਉੱਥੇ ਸ਼ੁਰੂ ਹੁੰਦਾ। ਤੇ ਹੁੰਦਾ ਇਹ ਸੀਗਾ ਕਿ ਜਦੋਂ TV ਚੈਨਲਾਂ ਦਾ ਦੌਰ ਆਇਆ ਉਸ ਦੌਰ ਦੇ ਵਿੱਚ ਇਹ ਚੀਜ਼ਾਂ ਨਾਟਕਾਂ ਦੇ ਜ਼ਰੀਏ, ਕਿਉਂਕਿ ਇੱਕ ਸੱਭਿਆਚਾਰ ਜਦੋਂ ਬਦਲਦਾ ਨਾ ਗਿੱਲ ਸਾਹਿਬ ਉਹ ਜਲਦੀ ਉਸ ਚੀਜ਼ ਨੂੰ ਜਿਹੜਾ ਹੈਗਾ ਆ ਉਹ ਫਟਾਫਟ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੁੰਦਾ ਕਿ ਮੈਂ ਇਸ ਚੀਜ਼ ਨੂੰ ਅਪਣਾ ਲਵਾਂ ਜੀ। ਉਹ ਅਪਣਾਇਆ ਇਹ ਗਿਆ ਵੀ ਜਿਵੇਂ ਸਾਡੇ ਕੋਲੇ ਉਹ ਜਿਹੜੇ ਸੱਸ ਬਹੂ ਵਾਲੇ ਨਾਟਕ ਚੱਲਦੇ ਸੀਗੇ ਉਹਨਾਂ ਦੇ ਵਿੱਚ ਕਿਸੇ ਨੇ ਇਸ ਤਰੀਕੇ ਨਾਲ ਕਿਸੇ ਦੀ ਦਿਮਾਗ ਦੀ ਇਹੋ ਜਿਹੀ ਕਾਢ ਹੋਈ ਲਿਖਾਰੀ ਦੀ ਵੀ ਕਿਸੇ ਇਹੋ ਜਿਹਾ ਇੱਕ ਨਾਟਕ ਤਿਆਰ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਸੀ ਇਸ ਤਰ੍ਹਾਂ ਦਾ ਸੀਨ। ਉਹ ਲੋਕਾਂ ਨੂੰ ਇੰਨਾ ਕੁ ਪਸੰਦ ਆਇਆ ਕਿ ਲੋਕਾਂ ਨੇ ਉਸ ਚੀਜ਼ ਨੂੰ ਅਪਣਾ ਲਿਆ। ਅਪਣਾ ਕੇ ਕੀ ਕੀਤਾ ਕਿ ਆਮ ਜਿਵੇਂ ਦਿੱਲੀ ਦੇ ਵਿੱਚ ਵਿਆਹ ਹੋਏ ਆ, ਬੰਬਈ 'ਚ ਵਿਆਹ ਹੋਏ ਆ, ਤੇ ਉਸ ਤੋਂ ਬਾਅਦ ਚੱਲਦੇ ਚੱਲਦੇ ਇਹ ਜਿਹੜੇ ਵਿਆਹ ਸੀਗੇ ਉਹ ਲੁਧਿਆਣੇ ਵਰਗੇ ਜਿਹੜੇ ਮਹਾਨਗਰ ਆ ਉੱਥੇ ਤੱਕ ਆ ਗਏ ਔਰ ਉੱਥੇ ਫਿਰ ਉਹਨਾਂ ਲੋਕਾਂ ਨੇ ਉਹਨੂੰ ਜਿਹੜਾ ਪ੍ਰਚਲਨ ਅਪਣਾਇਆ। ਆਮ ਤੌਰ 'ਤੇ ਜਦੋਂ ਮੁੰਡੇ ਕੁੜੀ ਨੂੰ ਵੀ ਇਹ ਪਤਾ ਲੱਗਿਆ, ਜਿਵੇਂ ਹੁਣ ਅੱਜ ਦੇ ਨੌਜਵਾਨ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਜਿਹੜੀ ਆ ਮਾਪਿਆਂ ਦੇ ਗਲ 'ਤੇ ਅੰਗੂਠਾ ਦਿੰਦੀ ਆ, ਉਹਨਾਂ 'ਤੇ ਦਬਾਅ ਬਣਾਉਂਦੀ ਹੈਗੀ ਆ ਕਿ ਜਿਹੜਾ ਇੱਕ ਵਿਆਹ ਦਾ ਇਸ ਤਰ੍ਹਾਂ ਦਾ ਜਿਹੜਾ ਪਹਿਲਾਂ ਯਾਦਗਾਰੀ ਜਿਹੜੀ ਚੀਜ਼ ਆ ਉਹ ਬਣਨੀ ਚਾਹੀਦੀ ਹੈਗੀ ਆ ਤਾਂ ਕਿ ਤਮਾਮ ਉਮਰ ਜਿਹੜੀ ਆ ਉਹ ਉਹਨਾਂ ਨੂੰ ਯਾਦ ਰਵੇ। ਸੋ ਇਸ ਤਰੀਕੇ ਨਾਲ ਇਹ ਚੀਜ਼ ਰਲਿਆ ਮਿਲਿਆ ਜਿਹੜਾ ਇਹ ਵਰਤਾਰਾ ਸੀ ਇਹਦੇ ਵਿੱਚੋਂ ਹੀ ਉੱਭਰ ਕੇ ਸਾਹਮਣੇ ਆਈ। ਸੋ ਸਿੱਧੂ ਸਾਹਿਬ, ਫਿਰ ਵੀ ਇਸ ਚੱਲਣ ਨੂੰ ਜਿਹੜਾ ਆ ਉਹ ਅਪਣਾ ਕੇ ਜਿਹੜਾ ਆ ਉਹ ਆਮ ਵਰਗ ਦੀ ਗੱਲ ਕਰੀਏ, ਕਿਸਾਨਾਂ ਦੀ ਗੱਲ ਕਰੀਏ
ਤਾਂ ਉਹ ਇਸ ਚੀਜ਼ ਨੂੰ ਜਿਹੜਾ ਆ ਉਹ ਅਪਣਾ ਰਿਹਾ ਆ। ਕਿਤੇ ਅਸੀਂ ਗੱਲ ਕਰਦੇ ਹਾਂ ਕਿ ਕਿਸਾਨੀ ਕਰਜ਼ੇ ਦੇ ਬੋਝ ਹੇਠਾਂ ਆ, ਵਿਆਹ ਜਿਹੜੇ ਆ ਉਹ ਸਿੰਪਲ ਹੋਣੇ ਚਾਹੀਦੇ ਆ। ਬਿਲਕੁਲ ਸਿੰਪਲ ਹੋਣ ਦੀ ਬਜਾਏ ਇੱਕ ਹੋਰ ਨਵੀਂ ਪਿਰਤ ਕਹਿ ਲਿਆ ਜਾਵੇ ਜਾਂ ਇੱਕ ਨਵੀਂ ਰਸਮ ਜਿਹੜੀ ਆ ਹੋਰ ਐਡ ਕਰ ਦਿੱਤੀ ਗਈ ਹੈ। ਪੰਜਾਬ ਦੀ ਜਿਹੜੀ ਕਿਸਾਨੀ ਆ ਉਹਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਪਣਾਇਆ। ਜਿਹੜੀ ਮੱਧ ਵਰਗੀ ਕਿਸਾਨੀ ਆ ਜਾਂ ਬਿਲਕੁਲ ਘੱਟ ਜੋਤਾਂ ਵਾਲੀ ਕਿਸਾਨੀ ਸੀਗੀ, ਉੱਥੋਂ ਤੱਕ ਇਹ ਪਹੁੰਚ ਹੋਈ ਆ। ਜੇ ਇਹ ਮਹਾਨਗਰਾਂ ਤੋਂ ਇਹ ਚੱਲਦਾ ਸਾਡੇ ਪਿੰਡਾਂ ਤੱਕ ਅੱਜ ਇਹ ਪਹੁੰਚ ਗਿਆ ਆ, ਤੇ ਇਹਦੇ ਪਿੱਛੇ ਇੱਕੋ ਹੀ ਗੱਲ ਹੈਗੀ ਆ ਵੀ ਇੱਕ ਪਾਸੇ ਕਿਸਾਨ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਕਰਜ਼ਿਆਂ ਦੇ ਵਿੱਚ ਡੁੱਬੀ ਹੋਈ ਆ। ਬਹੁਤ ਜ਼ਿਆਦਾ ਜਿਹੜੀ ਆ ਮਾਲੀ ਹਾਲਤ ਉਹਨਾਂ ਦੀ ਸੰਕਟਮਈ ਆ, ਕਰਜ਼ੇ ਸਿਰ ਤੇ ਚੜ੍ਹੇ ਹੋਏ ਆ। ਪਰ ਉਹ ਲੋਕ ਜਿਹੜੇ ਬਿਲਕੁਲ ਅਮੀਰ ਆ ਜਾਂ ਉਹ ਬਾਹਰਲੇ ਦੇਸ਼ਾਂ ਤੋਂ ਆ, ਪੈਸਾ ਉਹਨਾਂ ਨੇ ਚੰਗਾ ਕਮਾਇਆ ਹੋਇਆ, ਉਹ ਲੋਕ ਜਦੋਂ ਇੱਥੇ ਆਉਂਦੇ ਆ ਉਹ ਇਸ ਕੰਮ ਨੂੰ ਉਹਨਾਂ ਨੇ ਸ਼ੁਰੂ ਕਰਵਾਇਆ। ਉਹਨਾਂ ਦੀ ਦੇਖਾ ਦੇਖੀ ਕੀ ਹੋਇਆ ਕਿ ਮੱਧਮ ਵਰਗ ਜਿਹੜਾ ਸੀਗਾ, ਸਾਡਾ ਨਿਮਨ ਵਰਗ ਜਿਹੜਾ ਸੀਗਾ, ਉਹ ਵੀ ਇਹਦੇ ਮਗਰ ਲੱਗ ਤੁਰੇ। ਫਲਸਰੂਪ ਇਹ ਜਿਹੜੀ ਚੀਜ਼ ਸੀਗੀ ਉੱਥੋਂ ਮਹਾਨਗਰਾਂ ਤੋਂ ਚੱਲਦੀ ਹੋਈ, ਜਿਵੇਂ ਅਸੀਂ ਗੱਲ ਕਰਦੇ ਹੈਗੇ ਆ, ਲੁਧਿਆਣੇ ਸੀ ਪਹਿਲਾਂ, ਮੋਹਾਲੀ ਸੀਗਾ, ਚੰਡੀਗੜ੍ਹ ਸੀਗਾ, ਉਸ ਇਲਾਕੇ ਦੇ ਲੋਕ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਅਪਣਾਇਆ। ਫਿਰ ਚੱਲਦੀ ਆਈ ਸਾਡੀ ਕਿਸਾਨੀ ਤੱਕ। ਅੱਜ ਕਿਸਾਨ ਦੇ ਉੱਤੇ ਜਿਹੜਾ ਆਰਥਿਕ ਬੋਝ ਹੈ ਜਾਂ ਇੱਕ ਮੱਧਮ ਵਰਗੀ ਪਰਿਵਾਰ ਉੱਤੇ ਜਿਹੜਾ ਆਰਥਿਕ ਬੋਝ ਹੈ, ਉਹ ਧੀ ਪੁੱਤ ਦੀ ਉਹਨੂੰ ਮੰਨਣੀ ਵੀ ਪੈਂਦੀ ਆ ਕਿ ਵਿਆਹਿਆ ਜੋੜਾ ਜਿਹੜਾ ਵਿਆਹਣ ਵਾਲਾ ਜੋੜਾ ਹੈ ਉਹ ਸਭ ਤੋਂ ਪਹਿਲਾਂ ਕਹਿੰਦਾ ਕਿ ਯਾਦਗਾਰ ਜ਼ਰੂਰ ਸਾਂਭ ਕੇ ਰੱਖਣੀ ਆ, ਤੇ ਮੈਂ ਇਹ ਜਿਹੜਾ ਇਹਦਾ ਪੈਸਾ ਜਿਹੜਾ ਹੈਗਾ ਇਹ 'ਚ ਲਾਉਣ 'ਚ ਕੋਈ ਹਰਜ ਨਹੀਂ। ਸੋ ਇੱਕ ਇਹੋ ਜਿਹਾ ਬੋਝ ਪੈ ਰਿਹਾ ਹੈਗਾ ਵਿਆਹ ਦੇ ਵਿੱਚ। ਅੰਦਾਜ਼ਨ ਹੁਣ ਜਿੰਨੇ ਪ੍ਰੀ ਵੈਡਿੰਗ ਦੇ ਉੱਤੇ ਗੱਲ ਸਭ ਖਰਚਾ ਹੋ ਰਿਹਾ, ਉਹਨਾਂ ਕਿ ਇੱਕ ਸਧਾਰਨ ਪਰਿਵਾਰ ਜਿਹੜਾ ਉਹ ਉਨੇ ਖਰਚੇ 'ਚ ਆਪਦੀ ਧੀ ਜਿਹੜੀ ਸੀ, ਧੀ ਪੁੱਤ ਦਾ ਜਿਹੜਾ ਵਿਆਹ ਸੀ ਉਹ ਕਰ ਲੈਂਦਾ ਸੀ, ਤੇ ਉਹਨੂੰ ਸਮਾਨ ਵੀ ਦੇ ਕੇ ਵਿਦਾ ਕਰਦਾ ਸੀ। ਆਮ ਲੋਕ ਜਿਹੜੇ ਆ ਉਹ ਹਮੇਸ਼ਾ ਹੀ ਜਦੋਂ ਕੋਈ ਜਿਹੜੇ ਸਰਮਾਏਦਾਰ ਲੋਕ ਆ ਉਹ ਜੋ ਕੁਝ ਕਰਨਗੇ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਦੇ ਆ। ਅਤੇ ਪ੍ਰੀ ਵੈਡਿੰਗ ਵੀ ਇਹੀ ਆ ਕਿ ਇਹ ਵੱਡੇ ਪਰਿਵਾਰਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਉਹਨਾਂ ਤੋਂ ਸ਼ੁਰੂ ਹੋ ਕੇ ਅੱਜ ਇਹ ਘਰ ਘਰ ਦੇ ਵਿੱਚ ਹਰੇਕ ਜਿੱਥੇ ਵੀ ਵਿਆਹ ਆ ਪ੍ਰੀ ਵੈਡਿੰਗ ਜ਼ਰੂਰ ਜਿਹੜਾ ਕਰਵਾ ਰਿਹਾ। ਇੱਥੋਂ ਤੱਕ ਕਿ ਇਸ ਦੇ ਉੱਤੇ ਫਿਲਮਾਂ ਵੀ ਬਣ ਗਈਆਂ ਨੇ। ਛੜਾ ਫਿਲਮ ਜਿਹੜੀ ਹੁਣੇ ਆਈ ਆ ਉਹ ਸਾਰੀ ਇਹੀ ਆ ਕਿ ਦਲਜੀਤ ਉਹਦੇ ਵਿੱਚ ਜਿਹੜਾ ਆ ਉਹ ਪ੍ਰੀ ਵੈਡਿੰਗ ਦਾ ਹੀ ਕੰਮ ਕਰਦਾ ਆ। ਅਤੇ ਇਸ ਤਰੀਕੇ ਦੇ ਨਾਲ ਜਦੋਂ ਕੁਝ ਨੂੰ ਨਹੀਂ ਸੀ ਪਤਾ ਜਾਂ ਜਿਨ੍ਹਾਂ ਨੇ ਹੁਣ ਫਿਲਮ ਦੇ ਰੂਪ ਦੇ ਵਿੱਚ ਵੇਖ ਲਿਆ, ਤਾਂ ਇਸ ਦੇ ਨਾਲ ਖਰਚਾ ਵੀ ਲਗਾਤਾਰ ਜਿਹੜਾ ਆ ਉਹ ਵਧੇਗਾ। ਬਿਲਕੁਲ। ਦੇਖੋ ਗਿੱਲ ਸਾਹਿਬ, ਤਸਵੀਰ ਰੂਪੀ ਜਾਂ ਹੁਣ ਵੀਡੀਓਗ੍ਰਾਫੀ ਦੇ ਰੂਪੀ ਜੋ ਚੀਜ਼ ਸਮਾਜ ਨੂੰ ਦਿੱਤੀ ਆ, ਸਾਡੇ ਸਮਾਜ ਦੀ ਇੱਕ ਬਿਰਤੀ ਰਹੀ ਆ, ਕਿਸੇ ਵੀ ਸਮਾਜ ਦੀ ਹੁੰਦੀ ਆ। ਜਦੋਂ ਵੀ ਸਮਾਜ ਦੇ ਵਿੱਚ ਕੋਈ ਰਸਮ ਚੱਲਦੀ ਆ, ਕੋਈ ਰੀਤ ਚੱਲਦੀ ਆ, ਉਸ ਰੀਤ ਨੂੰ ਹੂਬਹੂ ਉਸੇ ਤਰ੍ਹਾਂ ਅਪਣਾਉਣ ਦੇ ਵਿੱਚ ਸਮਾਜ ਮੋਹਰੀ ਹੁੰਦਾ। ਖਾਸ ਤੌਰ 'ਤੇ ਜੇ ਮੈਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂ, ਪੰਜਾਬੀ ਸਮਾਜ ਦੀ ਗੱਲ ਕਹਾਂ, ਤੇ ਪੰਜਾਬੀ ਸਮਾਜ ਦੇ ਵਿੱਚ ਇੱਕ ਵੱਡੀ ਇਹਨੂੰ ਘਾਟ ਵੀ ਕਹਿ ਸਕਦੇ ਹਾਂ, ਇਹਨੂੰ ਫੁਰਤੀ ਵੀ ਕਹਿ ਸਕਦੇ ਹਾਂ ਵੀ ਹਰੇਕ ਉਸ ਚੀਜ਼ ਨੂੰ ਜਿਹੜਾ ਆ ਜਲਦੀ ਤੋਂ ਜਲਦੀ ਜਿਹੜਾ ਹੈਗਾ ਅਪਣਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਪੰਜਾਬੀਆਂ ਤੇ ਜੇ ਹੁਣ ਤੁਸੀਂ ਫਿਲਮ ਦੀ ਗੱਲ ਕੀਤੀ ਹੈ, ਤਾਂ ਫਿਲਮ ਦੇ ਜ਼ਰੀਏ ਜਿਨ੍ਹਾਂ ਤੱਕ ਨਹੀਂ ਸੀ ਇਹ ਗੱਲ ਪਹੁੰਚੀ, ਜਿਨ੍ਹਾਂ ਪਿੰਡਾਂ ਤੱਕ ਨਹੀਂ ਸੀ ਇਸ ਤਰ੍ਹਾਂ ਪ੍ਰੀ ਵੈਡਿੰਗ ਵਾਲਾ ਜਿਹੜਾ ਇਹ ਚਰਨ ਪਹੁੰਚਿਆ, ਉਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਉੱਥੇ ਤੱਕ ਜਿਹੜੀ ਦੀ ਪਹੁੰਚ ਹੋ ਚੁੱਕੀ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਨਾਂ 5-6 ਸਾਲਾਂ ਦੇ ਵਿੱਚ ਪੰਜਾਬ ਦੇ ਪਿੰਡ ਪਿੰਡ ਤੱਕ ਜਿਹੜੀ ਆ ਉਹ ਪਹੁੰਚ ਚੁੱਕੀ ਹੈਗੀ ਆ। ਸੋ ਇਹ ਚੱਲਣ ਜਿਹੜਾ ਹੈਗਾ ਆ ਨਵੀਂ ਰਸਮ ਦੇ ਰੂਪ ਵਿੱਚ ਜਿਹੜਾ ਆ ਉਹ ਭਾਰੂ ਹੋ ਗਿਆ। ਸੋ ਸਿੱਧੂ ਸਾਹਿਬ, ਪ੍ਰੀ ਵੈਡਿੰਗ ਦੇ ਸ਼ੂਟ ਦੇ ਉੱਤੇ ਖਰਚਾ ਜਿਹੜਾ ਹੈ ਉਹ ਕਿੰਨਾ ਕੁ ਆ ਜਾਂਦਾ ਹੈ, ਅਤੇ ਇਹ ਜਿਹੜਾ ਸ਼ੂਟ ਆ ਉਹ ਕੀਤਾ ਕਿਵੇਂ ਜਾਂਦਾ, ਪ੍ਰੀ ਵੈਡਿੰਗ ਦੇ ਵਿੱਚ ਹੁੰਦਾ ਕੀ ਆ? ਜੀ ਗਿੱਲ ਸਾਹਿਬ, ਜਿਹੜਾ ਖਰਚਾ ਇਸ ਟਾਈਮ ਆ ਰਿਹਾ ਹੈਗਾ ਉਹ 5 ਤੋਂ 6 ਲੱਖ ਵੀ ਹੈ, 8 ਲੱਖ ਤੱਕ ਜਿਹੜਾ ਹੈਗਾ ਪਹੁੰਚ ਚੁੱਕਿਆ ਹੈਗਾ। ਜੇ ਅਸੀਂ ਬਿਲਕੁਲ ਸਾਦੇ ਵਿਆਹਾਂ ਦੀ ਗੱਲ ਕਰ ਲਈਏ, ਜਿਹੜੀ ਸਾਦਾ ਪ੍ਰੀ ਵੈਡਿੰਗ ਦੀ ਮੈਂ ਗੱਲ ਕਹਾਂ, ਤੇ ਉਹ ਤੁਹਾਡਾ 50,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਜਿਹੜਾ ਇਹਦਾ ਖਰਚਾ ਉਹ ਆਉਂਦਾ ਹੈ। ਫਿਰ ਇਹਨੂੰ ਸ਼ੂਟ ਕਿੱਦਾਂ ਕੀਤਾ ਜਾਂਦਾ ਹੈਗਾ, ਹੁਣ ਹਾਲਾਤ ਇਹ ਬਣੇ ਆ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੋਹਾਲੀ ਔਰ ਚੰਡੀਗੜ੍ਹ ਤੇ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਜਿਹੜੇ ਸਟੂਡੀਓ ਆ ਉਹ ਪ੍ਰੀ ਵੈਡਿੰਗ ਵਾਸਤੇ ਤਿਆਰ ਕੀਤੇ ਗਏ ਆ ਜੀ, ਜਿੱਥੇ ਉਹ ਇਹਦਾ ਕਿਰਾਇਆ ਲੈਂਦੇ ਆ ਤੇ ਉਸ ਜਗ੍ਹਾ ਦੇ ਉੱਤੇ ਸ਼ੂਟਿੰਗ ਕੀਤੀ ਜਾਂਦੀ ਆ। ਫਿਰ ਇਸ ਤੋਂ ਬਾਅਦ ਜਿਹੜੇ ਆ ਉਹ ਜਿੱਥੇ ਜਿੱਥੇ ਕੋਈ ਵਿਰਾਸਤੀ ਇਮਾਰਤਾਂ ਨਜ਼ਰ ਆਉਂਦੀਆਂ ਹੈਗੀਆਂ ਉੱਥੇ ਜਾ ਕੇ ਵੀ ਇਹਦੀ ਜਿਹੜੀ ਆ ਉਹ ਸ਼ੂਟਿੰਗ ਕੀਤੀ ਜਾਂਦੀ ਹੈ, ਜਿਹਦੇ ਵਿੱਚ ਮੁੰਡਾ ਤੇ ਕੁੜੀ ਜਿਹੜੇ ਆ ਉਹਨਾਂ ਦੀ ਪਸੰਦ ਦਾ ਜਿਹੜਾ ਪਹਿਰਾਵਾ ਆ, ਕਿਉਂਕਿ ਕੱਪੜਿਆਂ ਉੱਤੇ ਕਾਫੀ ਖਰਚਾ ਜਿਹੜਾ ਹੋਇਆ ਹੁੰਦਾ ਹੈ ਕਿ ਮੁੰਡੇ ਦੀ ਚਾਹੇ ਉਹ ਅਚਕਨ ਹੈ, ਚਾਹੇ ਉਹਦੀ ਚੂੜੀਦਾਰ ਪਜਾਮੀ ਹੈ, ਚਾਹੇ ਉਹਦੇ ਨਾਲ ਉਹਦੇ ਪਹਿਨ ਵਾਲੇ ਕੁੜਤੇ ਹੈ, ਜਾਂ ਉਹਦੀ ਦਸਤਾਰ ਸਜਾਈ ਹੋਈ ਹੈ,
ਇਸੇ ਤਰ੍ਹਾਂ ਕੁੜੀ ਦਾ ਚਾਹੇ ਉਹ ਪੇਂਡੂ ਪੁਰਾਣੇ ਪਹਿਰਾਵੇ ਦੇ ਵਿੱਚ ਹੈ, ਚਾਹੇ ਉਹ ਸੱਭਿਆਚਾਰ ਵਿਰਾਸਤੀ ਪਹਿਰਾਵੇ ਦੇ ਵਿੱਚ ਹੈ, ਚਾਹੇ ਉਹ ਮਾਡਰਨ ਪਹਿਰਾਵੇ ਵਿੱਚ ਹੈ। ਜਿਵੇਂ ਹੁਣ ਪਿੰਡ ਤੇ ਸ਼ਹਿਰ ਨੇ ਦੋਵੇਂ ਤਰੀਕੇ ਦਾ ਚੱਲਣ ਇੱਥੇ ਕੀਤਾ। ਪੇਂਡੂ ਮੁੰਡੇ ਜਿਹੜੇ ਆ ਜਾਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਤਕਰੀਬਨ ਆਪਦਾ ਪੇਂਡੂ ਸੱਭਿਆਚਾਰੀ ਪਹਿਰਾਵਾ ਪਾ ਕੇ ਖੁਸ਼ ਹੈ। ਕਿਤੇ ਉਹ ਬਲਦ ਗੱਡੀ ਉੱਤੇ ਬਹਿੰਦੇ ਆ, ਕਿਤੇ ਉਹ ਊਠ ਗੱਡੀ ਤੇ ਬਹਿੰਦੇ ਆ, ਕਿਤੇ ਉਹ ਟਰੈਕਟਰ ਦੇ ਉੱਤੇ ਬੈਠੇ ਆ। ਬਹੁਤ ਸਾਰੀਆਂ ਪ੍ਰੀ ਵੈਡਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ। ਇਸੇ ਤਰ੍ਹਾਂ ਜਿਹੜੇ ਸ਼ਹਿਰੀ ਮੁੰਡੇ ਆ ਉਹਨਾਂ ਦੇ ਵਿੱਚ ਇਹ ਚੀਜ਼ ਆਧੁਨਿਕਤਾ ਇਹ ਹੋਊਗੀ ਕਿ ਜਿੱਦਾਂ ਫਿਲਮਾਂ ਦੇ ਵਿੱਚ ਇੱਕ ਅਦਾਕਾਰ ਕਰਦੇ ਆ, ਜਿਸ ਤਰੀਕੇ ਇੱਕ ਹੀਰੋ ਹੀਰੋਇਨ ਜਿਹੜੇ ਆ ਉਹ ਕਰਦੇ ਹੈਗੇ ਆ, ਇੱਕ ਰੋਲ ਕਰਦੇ ਆ, ਉਸੇ ਤਰ੍ਹਾਂ ਦਾ ਇੱਕ ਰੋਲ ਜਿਹੜਾ ਹੈ ਉਸੇ ਤਰੀਕੇ ਕੀਤਾ ਜਾਂਦਾ ਹੈਗਾ। ਤੇ ਇਸ ਤਰੀਕੇ ਜਿਹੜੀ ਹੈ ਇਹ ਪ੍ਰੀ ਵੈਡਿੰਗ ਸ਼ੂਟ ਕੀਤੀ ਜਾਂਦੀ ਜੀ। ਰਵਾਇਤੀ ਵਿਆਹ ਜਿਹੜੇ ਪਹਿਲੇ ਪੁਰਾਣੇ ਵਿਆਹ ਹੁੰਦੇ ਸੀਗੇ ਕਿ ਉਹਨਾਂ ਦਾ ਦੌਰ ਜਿਹੜਾ ਹੁਣ ਖਤਮ ਹੋ ਗਿਆ ਤੇ ਇਹ ਜਿਹੜੀ ਹੁਣ ਪ੍ਰੀ ਵੈਡਿੰਗ ਸ਼ੁਰੂ ਹੋਈ ਆ ਇਸ ਦੇ ਨਾਲ ਜਿਹੜਾ ਆ ਉਹ ਕੀ ਫਰਕ ਪਿਆ ਆ ਰਵਾਇਤੀ ਵਿਆਹਾਂ ਨੂੰ? ਕਿਉਂਕਿ ਅੱਜ ਕੱਲ੍ਹ ਕਈ ਵਾਰ ਇਹੀ ਪ੍ਰੀ ਵੈਡਿੰਗ ਦੇ ਵਿੱਚ ਇਹੀ ਜ਼ਿਆਦਾਤਰ ਹੁੰਦਾ ਕਿ ਪੁਰਾਣੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ, ਕੋਈ ਢਾਰਾ ਬਣਾ ਦਿੱਤਾ ਜਾਂਦਾ ਪਰਾਲੀ ਦਾ ਜਾਂ ਕੁਛ ਇਸ ਤਰ੍ਹਾਂ ਦਾ। ਪਰ ਲੋਕ ਇਸ ਪਾਸੇ ਨੂੰ ਕਿਉਂ ਨਹੀਂ ਤੁਰੇ ਕਿ ਪੁਰਾਣੇ ਵਿਆਹਾਂ ਵਾਂਗੂ ਜਿਹੜੇ ਵਿਆਹ ਆ ਉਹ ਕੀਤੇ ਜਾਣ? ਬਿਲਕੁਲ ਗੱਲ ਸਾਹਿਬ, ਹੁਣ ਅੱਜ ਕੱਲ੍ਹ ਜਿਵੇਂ ਤੁਸੀਂ ਪਹਿਲਾਂ ਫਿਲਮ ਦਾ ਜ਼ਿਕਰ ਕੀਤਾ ਹੈ, ਇਸੇ ਤਰ੍ਹਾਂ ਹੁਣ ਬਹੁਤ ਸਾਰੀਆਂ ਫਿਲਮਾਂ ਇਸ ਦਹਾਕੇ ਦੇ ਵਿੱਚ ਬਣੀਆਂ ਪੰਜਾਬੀ, ਜਿਨ੍ਹਾਂ ਨੇ ਉਹ ਪੁਰਾਣੇ ਵਿਆਹ ਜਿਹੜੇ ਆ ਵਿਖਾਉਣ ਦਾ ਜਿਹੜਾ ਚੱਲਣ ਸ਼ੁਰੂ ਕੀਤਾ। ਅਸੀਂ ਦੇਖਿਆ ਸੀ ਅੰਗਰੇਜ਼ ਫਿਲਮ ਤੋਂ ਪਹਿਲਾਂ ਦੀ ਸ਼ੁਰੂਆਤ, ਕਿਉਂਕਿ ਵੱਖ-ਵੱਖ ਰਸਮਾਂ ਜਿਹੜੀਆਂ ਹੁੰਦੀਆਂ ਸੀ ਪੁਰਾਣੇ ਵਿਆਹਾਂ ਦੇ ਵਿੱਚ, ਉਹ ਰਸਮਾਂ ਸਾਰੀਆਂ ਖਤਮ ਹੋ ਗਈਆਂ ਇਸ ਚੀਜ਼ ਦੇ ਨਾਲ। ਹੁਣ ਕੀ ਹੁੰਦਾ ਸੀ, ਪਹਿਲਾਂ ਜਿਹੜੇ ਪੁਰਾਣੇ ਵਿਆਹ ਸੀ, ਜੇ ਮੈਂ ਉਹਨਾਂ ਦੀ ਥੋੜ੍ਹੀ ਜਿਹੀ ਮਿਸਾਲ ਦੇਵਾਂ ਤਾਂ ਮਿਸਾਲ ਇਹ ਸੀਗਾ ਕਿ ਹੁੰਦਾ ਇਹ ਸੀਗਾ ਵੀ ਸਾਰਾ ਪਿੰਡ ਜਿਹੜਾ ਹੈ ਉਹ ਇਕੱਠਾ ਹੁੰਦਾ ਸੀਗਾ। ਮੁੰਡੇ ਜਾਂ ਕੁੜੀ ਦਾ ਵਿਆਹ ਆ, ਗੁਰਦੁਆਰੇ ਹੋਕਾ ਦਿੱਤਾ ਜਾਂਦਾ ਸੀਗਾ, ਦੁੱਧ ਇਕੱਠਾ ਕੀਤਾ ਜਾਂਦਾ ਸੀਗਾ। ਆਮ ਤੌਰ 'ਤੇ ਜਿਹੜੇ ਸਰਦੇ ਪੁੱਜਦੇ ਘਰ ਸੀ, ਜੇ ਕੋਈ ਸਧਾਰਨ ਪਰਿਵਾਰ ਵੀ ਸੀਗਾ ਤਾਂ ਉਹਦੀ ਮਦਦ ਲਈ ਜਿੰਨਾ ਵੀ ਉਹਨਾਂ ਕੋਲੋਂ ਰਸਦ ਪਾਣੀ ਜਿਹੜਾ ਹੁੰਦਾ ਸੀ ਉੱਥੇ ਪਹੁੰਚਾਇਆ ਜਾਂਦਾ ਸੀਗਾ। ਮੰਜੇ ਬਿਸਤਰੇ ਇਕੱਠੇ ਕੀਤੇ ਜਾਂਦੇ ਸੀ ਵਿਆਹਾਂ ਨੂੰ, ਮੇਲ ਦੀ ਜਿਹੜੀ ਰੋਟੀ ਆ ਉਹ ਕੀਤੀ ਜਾਂਦੀ ਸੀ। ਤੇ ਵਿਆਹ ਦੇ ਵਿੱਚ ਜਿਹੜੇ ਬੇਲੋੜੇ, ਜਿਵੇਂ ਅੱਜ ਕੱਲ੍ਹ ਬਹਿਰੇ ਜਿਹੜੇ ਆ ਉਹ ਵਰਤਾਉਂਦੇ ਆ, ਜਾਂ ਅਸੀਂ ਮੈਰਿਜ ਪੈਲਸਾਂ ਦੇ ਵਿੱਚ ਇਹ ਵਿਆਹ ਚੱਲਦੇ ਚੱਲਦੇ ਆ ਗਏ। ਪਰ ਉਸ ਟਾਈਮ ਕੀ ਹੁੰਦਾ ਸੀਗਾ ਕਿ ਪ੍ਰੀਹੇ ਯਾਨੀ ਕਿ ਘਰ ਦੇ ਵਿੱਚ ਹੀ, ਚਾਹੇ ਉਹ ਕੁੜੀ ਵਾਲੇ ਪਰਿਵਾਰ ਦੇ ਵਿੱਚ ਕੁੜੀ ਦੇ ਚਾਚੇ ਤਾਇਆਂ ਦੇ, ਮਾਮੇ ਮਾਸੀਆਂ ਦੇ, ਜਾਂ ਪਿੰਡ ਦੇ ਜਿਹੜੇ ਭਰਾ ਸੀਗੇ, ਆਂਢ ਗੁਆਂਢ ਘਰਾਂ ਦੇ ਵਿੱਚੋਂ ਹੁੰਦੇ, ਆਈ ਹੋਈ ਜੰਨ ਨੂੰ ਤੇ ਮੇਲ ਨੂੰ ਜਿਹੜੀ ਰੋਟੀ ਵਰਤਾਉਣ ਦਾ ਕੰਮ ਸੀਗਾ ਉਹੀ ਕਰਦੇ ਹੁੰਦੇ ਸੀਗੇ। ਪਿੰਡ ਦੇ ਵਿੱਚ ਰਾਜਾ ਹੁੰਦਾ ਸੀ, ਰਾਜਾ ਜਿਹੜਾ ਸੀਗਾ ਉਹ ਹੀ ਸਾਰੀ ਦਾਲ ਸਬਜ਼ੀ ਭਾਜੀ ਜਿਹੜੇ ਤਿਆਰ ਕਰਦਾ ਹੁੰਦਾ ਸੀਗਾ। ਮਠਿਆਈਆਂ ਵਾਸਤੇ ਵੀ ਸਪੈਸ਼ਲ ਇੱਕ ਅੱਧਾ ਲਾਗਲੇ ਪਿੰਡ ਵਿੱਚ ਹਲਵਾਈ ਹੁੰਦਾ ਸੀਗਾ। ਸੋ ਘਰੇ ਹੀ ਲਿਆ ਕੇ ਸਾਰਾ ਰਸਦ ਪਾਣੀ ਜਿਹੜਾ ਆ ਉੱਥੇ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ। ਫਿਰ ਉਹ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਸੀਗੇ, ਇੱਕ ਤਾਂ ਉਹਦੇ ਨਾਲ ਅੱਜ ਵੀ ਪੁਰਾਣੇ ਜਿਹੜੇ ਆ ਬਜ਼ੁਰਗ ਲੋਕ ਉਹ ਇਹ ਗੱਲ ਕਹਿ ਦਿੰਦੇ ਆ ਵੀ ਉਹਦੇ ਨਾਲ ਘਰ ਦੇ ਵਿੱਚ ਬਰਕਤ ਹੁੰਦੀ ਸੀਗੀ। ਅੱਜ ਜੇ ਉਹ ਮੈਰਿਜ ਪੈਲਸਾਂ ਵਿੱਚ ਵਿਆਹ ਕਰਕੇ ਆ ਜਾਂਦੇ ਆ, ਕਿਉਂਕਿ ਹੁਣ ਪ੍ਰੀ ਵੈਡਿੰਗ ਤੋਂ ਬਾਅਦ ਤਾਂ ਫਿਰ ਉਹੀ ਮੈਰਿਜ ਪੈਲਸ ਤੱਕ ਜਾਣਾ ਹੁੰਦਾ। ਮੈਰਿਜ ਪੈਲਸ ਦੇ ਉੱਤੇ ਘੱਟੋ ਘੱਟ ਇੱਕ ਵਿਆਹ ਦੇ ਵਿੱਚ ਜੇ 400-500 ਜਣੇ ਮੇਲ ਆ ਗਿਆ ਹੈਗਾ ਆ, ਜਾਂ ਜੰਨ ਆ ਗਈ ਹੈਗੀ ਆ, ਜਾਂ ਰਿਸ਼ਤੇਦਾਰ ਆ ਗਏ ਆ, ਤੇ ਘੱਟ ਤੋਂ ਘੱਟ ਇੱਕ ਵਿਆਹ ਦਾ ਜਿਹੜਾ ਖਰਚਾ ਆ ਉਹ 5-6 ਲੱਖ ਰੁਪਈਆ, ਵੱਡੇ ਵਿਆਹਾਂ ਦਾ 10 ਲੱਖ ਤੇ ਕਰੋੜਾਂ ਤੱਕ ਵੀ ਵਿਆਹ ਜਿਹੜੇ ਆ ਉਹ ਪੁੱਜ ਚੁੱਕੇ ਹੈਗੇ ਆ। ਪਰ ਸਾਦੇ ਵਿਆਹਾਂ ਦੇ ਵਿੱਚ ਇਹ ਹੁੰਦਾ ਸੀ ਵੀ ਇੱਕ ਤਾਂ ਦੁੱਧ ਦਾ ਜਿਹੜਾ ਸੀ ਉਹ ਘਰਾਂ 'ਚੋਂ ਸਰ ਜਾਂਦਾ ਹੁੰਦਾ ਸੀਗਾ, ਆਟੇ ਦਾ ਘਰਾਂ 'ਚੋਂ ਸਰ ਜਾਂਦਾ ਹੁੰਦਾ ਸੀਗਾ। ਇਸੇ ਤਰ੍ਹਾਂ ਕੁਝ ਵਸਤਾਂ ਜਿਹੜੀਆਂ ਸੀ ਉਹ ਸਾਨੂੰ ਪਿੰਡਾਂ ਵਿੱਚ ਮੁਹੱਈਆ ਹੋ ਜਾਂਦੀਆਂ ਸੀ, ਸਾਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਸੀ ਹੁੰਦੀ। ਇਹ ਵੀ ਪ੍ਰਚਲਨ ਹੁੰਦਾ ਸੀਗਾ ਕਿ ਜਿਨ੍ਹਾਂ ਦਿਨਾਂ ਵਿੱਚ ਰਾਸ਼ਨ ਵਾਲੇ ਡਿਪੂਆਂ ਦੇ ਉੱਤੇ ਗਿੱਲ ਸਾਹਿਬ ਖੰਡ ਮਿਲਦੀ ਸੀ ਨਾ, ਤੇ ਪਿੰਡ ਦੇ ਸਾਰਿਆਂ ਦੇ ਕਾਰਡ ਜਿਹੜੇ ਸੀਗੇ ਉਹ ਰਾਸ਼ਨ ਕਾਰਡ ਇਕੱਠੇ ਕਰਕੇ ਤੇ ਉਹ ਫਿਰ ਸਾਰੇ ਖੰਡ ਜਿਹੜਾ ਸੀ ਇੱਕ ਟੱਬਰ ਲਿਆਉਂਦਾ ਸੀ, ਤੇ ਪਿੰਡ 'ਚ ਕਹਿ ਦਿੱਤਾ ਜਾਂਦਾ ਸੀ ਵੀ ਸਾਡੀ ਭਾਈ ਕੁੜੀ ਜਾਂ ਮੁੰਡੇ ਦਾ ਵਿਆਹ ਆ, ਵੀ ਐਤਕੀ ਖੰਡ ਸਾਨੂੰ ਲੋੜੀਦੀ ਆ। ਇਸੇ ਤਰ੍ਹਾਂ ਪਕਵਾਨ ਜਿਹੜੇ ਸੀਗੇ ਉਹ ਆਮ ਹੀ ਮਿੱਠਾ ਜਿਹੜਾ ਸੀਗਾ ਖੰਡ ਜਾਂ ਗੁੜ ਦੇ ਨਾਲ ਵੀ ਤਿਆਰ ਕੀਤਾ ਜਾਂਦਾ ਸੀਗਾ। ਘਰ ਦੇ ਛੋਲੇ ਭਿਆਏ ਵੇਸਣ, ਘਰ ਦਾ ਆਟਾ, ਘਰ ਦਾ ਤੇ ਹੌਲਾ ਬਣਾਓ, ਚਾਹੇ ਗਾਂ ਉਹਦਾ ਵਿੱਚੋਂ ਮੈਦਾ ਕੱਢ ਕੇ ਮੱਠੀਆਂ ਬਣਾਓ। ਯਾਨੀ ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਾਦਗੀ ਸੀ, ਇੱਕ ਬੇਲੋੜੇ ਖਰਚੇ ਨਹੀਂ ਸੀ, ਖਰਚੇ ਘੱਟ ਸੀ, ਸੀਮਤ ਸੀਗਾ, ਬੋਝ ਨਹੀਂ ਸੀ ਹੁੰਦਾ ਉਹਨਾਂ ਵਿਆਹਾਂ ਦਾ। ਤੇ ਉਹ ਵਿਆਹ ਜਿਹੜੇ ਸੀ ਉਹਨਾਂ 'ਚ ਇੰਨੀ ਮਿੱਠਤ, ਇੰਨੀ ਲੱਜਤ ਹੁੰਦੀ ਸੀਗੀ ਕਿ ਅੱਜ ਜਿਹੜੀ ਅਗਲੀ ਪੀੜ੍ਹੀ ਨੂੰ ਅਸੀਂ ਵੇਖਦੇ ਹਾਂ, ਉਹ ਪੀੜ੍ਹੀ ਤਾਂ ਬਿਲਕੁਲ ਹੀ ਉਹਨਾਂ ਚੀਜ਼ਾਂ ਤੋਂ ਪਿੱਛੇ ਹਟ ਗਈ ਆ। ਮੈਰਿਜ ਪੈਲਸ ਦਾ ਜਿਹੜਾ ਚੱਲਣਾ ਹੈ ਲਗਾਤਾਰ 2.5 ਦਹਾਕੇ ਤੋਂ ਵੱਧ ਦਾ ਸਮਾਂ ਹੋ ਚੱਲਿਆ, ਪਰ ਇਸ 2.5 ਦਹਾਕੇ ਦੀਆਂ ਉਸ ਚੱਲਣ ਨੇ ਸਾਡੀਆਂ ਜਿਹੜੀਆਂ ਵਿਆਹ ਦੀਆਂ ਰਸਮਾਂ ਸੀਗੀਆਂ, ਜਿਹੜੀਆਂ ਇੰਨੀਆਂ ਸੁੱਚੀਆਂ ਸੀਗੀਆਂ, ਸਾਦੀਆਂ ਸੀਗੀਆਂ, ਨਰੋਲ ਪੰਜਾਬੀ ਨਾਲ ਮੇਲ ਖਾਂਦੀਆਂ ਸੀਗੀਆਂ, ਉਹ ਜਮਾਂ ਹੀ ਖਤਮ ਹੋ ਚੁੱਕੀਆਂ ਹੈਗੀਆਂ। ਸੋ ਇਹਦੇ ਨਾਲ ਜਿਹੜੇ ਪ੍ਰੀ ਵੈਡਿੰਗ ਵਾਲੇ ਉੱਤੇ ਜਿੰਨਾ ਖਰਚਾ ਹੋ ਰਿਹਾ, ਉਸ ਵੇਲੇ ਇੰਨੇ ਖਰਚੇ ਦੇ ਵਿੱਚ ਘੱਟੋ ਘੱਟ 2-3 ਜਿਹੜੇ ਵਿਆਹ ਸੀ ਉਹ ਭੁਗਤਾਏ ਜਾਂਦੇ ਸੀ।
ਵਿਦੇਸ਼ੀ ਭਾਈਚਾਰੇ ਦੀ ਗੱਲ ਕਰੀਏ, ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਕੀ ਉਹਨਾਂ ਨੇ ਵੀ ਪ੍ਰੀ ਵੈਡਿੰਗ ਦਾ ਅਸਰ ਜਿਹੜਾ ਆ ਉਹ ਕਬੂਲਿਆ ਆ? ਉਹਨਾਂ ਦੇ ਵੀ ਬੱਚਿਆਂ ਦੇ ਜਦੋਂ ਵਿਆਹ ਹੁੰਦੇ ਆ ਤਾਂ ਕੀ ਉਹ ਵੀ ਪ੍ਰੀ ਵੈਡਿੰਗ ਜਿਹੜੀ ਆ ਉਹ ਕਰਵਾਉਂਦੇ ਆ ਇੱਥੇ ਆ ਕੇ? ਜੀ ਬਿਲਕੁਲ। ਦੇਖੋ ਗਿੱਲ ਸਾਹਿਬ, ਗੱਲ ਇੱਦਾਂ ਹੋਈ ਹੈ ਕਿ ਹੁਣ ਜੋ ਬਾਹਰਲੇ ਦੇਸ਼ ਦੇ ਵਿੱਚ ਸਾਡਾ ਪੰਜਾਬੀ ਭਾਈਚਾਰਾ ਰਹਿ ਰਿਹਾ ਹੈਗਾ, ਚਾਹੇ ਉਹ ਅਮਰੀਕਾ ਦੇ ਵਿੱਚ ਹੈ, ਚਾਹੇ ਇੰਗਲੈਂਡ 'ਚ ਹੈ, ਜਰਮਨ 'ਚ ਆ, ਕੈਨੇਡਾ 'ਚ ਬਹੁਤ ਆ, ਆਸਟ੍ਰੇਲੀਆ 'ਚ ਬਹੁਤ ਆ। ਜਦੋਂ ਉਹ ਇੱਥੇ ਵਿਆਹ ਕਰਨ ਵਾਸਤੇ ਆਉਂਦੇ ਆ ਤੇ ਉਹਨਾਂ ਦਾ ਇਹ ਹੁੰਦਾ ਕਿ ਮੈਰਿਜ ਪੈਲਸ ਜਿਹੜਾ ਹੈਗਾ ਮਹਿੰਗੇ ਤੋਂ ਮਹਿੰਗਾ ਜਿਹੜਾ ਹੈ ਉਹ ਬੁੱਕ ਕਰਾਇਆ ਜਾਵੇ। ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ, ਕਿਉਂਕਿ ਉਹ ਕਹਾਵਤ ਆ ਪੰਜਾਬੀ ਦੀ ਵੀ, ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ, ਉਹ ਵੀ ਇਸ ਚੱਲਣ ਦੇ ਵਿੱਚ ਹੀ ਉਨੇ ਹੀ ਸ਼ਾਮਲ ਆ, ਕਿਉਂਕਿ ਉਹ ਪੈਸੇ ਪੱਖੋਂ ਜਿਹੜੇ ਥੋੜ੍ਹੇ ਨਹੀਂ ਹੁੰਦੇ। ਉਹਨਾਂ ਕੋਲੇ ਜੇ ਸਖਤ ਮਿਹਨਤ ਕਰਕੇ ਉਹਨਾਂ ਪੰਜਾਬੀਆਂ ਨੇ ਪੈਸਾ ਜਮ੍ਹਾਂ ਵੀ ਕੀਤਾ ਹੁੰਦਾ ਤਾਂ ਘੱਟੋ ਘੱਟ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਇੱਕ ਵਾਰੀ ਵਿਆਹ ਤਾਂ ਹੋਣਾ ਹੀ ਹੈ ਜ਼ਿੰਦਗੀ ਵਿੱਚ, ਤੇ ਇਸ ਰਸਮ ਦੇ ਉੱਤੇ ਜੇ ਪੈਸਾ ਲਾ ਵੀ ਦੇਵਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਇਸ ਕਰਕੇ ਉਹ ਪੰਜਾਬੀ ਵੀ ਇਹਦੇ ਵਿੱਚ ਸ਼ਾਮਲ ਹੋ ਚੁੱਕੇ ਆ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ। ਜਦੋਂ ਉਹ ਪੰਜਾਬ ਦੇ ਵਿੱਚ ਆ ਕੇ ਵਿਆਹ ਕਰਦੇ ਆ ਤੇ ਉਹ ਪੂਰਾ ਖਰਚਾ ਕਰਦੇ ਹੈਗੇ। ਸੋ ਇਹ ਦੇਖਾ ਦੇਖੀ ਜਿਹੜਾ ਕਹਿ ਸਕਦੇ ਹੈਗੇ ਕਿ ਬਾਕੀ ਲੋਕਾਂ ਦੀ ਵੀ ਮਜਬੂਰੀ ਬਣ ਚੁੱਕੀ ਆ, ਖਾਸ ਤੌਰ 'ਤੇ ਮੱਧਮ ਵਰਗ ਤੇ ਫਿਰ ਨਿਮਨ ਵਰਗ, ਜਿਹੜਾ ਕਿ ਇਸ ਟਾਈਮ ਜਿਹੜਾ ਹੈਗਾ ਉਹਨਾਂ ਦੇ ਉੱਤੇ ਆਰਥਿਕ ਜਿਹੜਾ ਸੰਕਟ ਆ ਬਹੁਤ ਵੱਡਾ ਬਣਿਆ। ਪਰ ਧੀ ਪੁੱਤ ਦੇ ਜਿਹੜਾ ਪਿਆਰ ਆ ਉਹਦੇ ਅੱਗੇ ਉਹਨਾਂ ਨੂੰ ਝੁਕਣਾ ਪੈ ਰਿਹਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਕਿਹੜਾ ਖਿੱਤਾ ਇਸ ਦੇ ਵਿੱਚ ਸ਼ਾਮਲ ਆ? ਫੋਟੋਗ੍ਰਾਫਰ ਜਿਹੜੇ ਆ ਉਹਨਾਂ ਦੀ ਵੀ ਲੱਗਦਾ ਆ ਕਿ ਇਹਦੇ ਨਾਲ ਚਾਂਦੀ ਹੋ ਗਈ ਆ, ਇੱਕ ਨਵੀਂ ਚੀਜ਼ ਉਹਨਾਂ ਨੂੰ ਮਿਲ ਗਈ ਆ, ਇੱਕ ਐਕਸਟਰਾ ਕੰਟੈਂਟ ਜਿਹੜਾ ਉਹ ਉਹਨਾਂ ਨੂੰ ਮਿਲ ਗਿਆ। ਬਿਲਕੁਲ, ਕੋਈ ਚ ਸ਼ੱਕ ਨਹੀਂ ਗਾ, ਕਿਉਂਕਿ ਦੇਖੋ ਅਸੀਂ ਇਹ ਵੇਲਾ ਦੇਖਿਆ ਕਿ ਇੱਕ ਜ਼ਮਾਨੇ ਦੇ ਵਿੱਚ ਜਦੋਂ ਵਿਆਹਾਂ ਦੇ ਵਿੱਚ ਸਿਰਫ ਕੈਮਰਾ ਹੁੰਦਾ ਸੀ, ਬਲੈਕ ਐਂਡ ਵਾਈਟ ਯੁੱਗ ਤੋਂ ਬਾਅਦ ਰੰਗੀਨ ਕੈਮਰਾ ਆਇਆ ਤੇ ਰੰਗੀਨ ਕੈਮਰੇ ਦੇ ਵਿੱਚ ਘੱਟੋ ਘੱਟ ਇੱਕ ਵਿਆਹ ਦੇ ਵਿੱਚ 500 ਤੋਂ ਲੈ ਕੇ 1000 ਫੋਟੋ, 2000 ਚੰਗੇ ਵਿਆਹਾਂ ਦੇ ਵਿੱਚ ਜਿਹੜੀ ਆ ਉਹ 5-5000 ਜਿਹੜੀ ਫੋਟੋ ਉਹ ਖਿੱਚੀ ਜਾਂਦੀ ਸੀ। ਫਿਰ ਮੂਵੀ ਦਾ ਚੱਲਣ ਹੋਇਆ। ਮੂਵੀਆਂ ਦੇ ਚੱਲਣ ਤੋਂ ਬਾਅਦ ਜਿਹੜਾ ਸੀਗਾ ਇਹ ਚੱਲਣ ਵੱਧਦਾ ਜਿਹੜਾ ਆ ਉਹ ਪ੍ਰੀ ਵੈਡਿੰਗ ਤੱਕ ਆ ਗਿਆ, ਵਿਆਹਾਂ ਦੇ ਵਿੱਚ ਆ ਗਿਆ। ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵਿਆਹ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਜਿਹੜਾ ਰਸਮ ਉਹ ਕੀਤੀ ਜਾਂਦੀ ਹੈ ਕਿ ਮੁੰਡਾ ਕੁੜੀ ਜਿਹੜੇ ਆ ਆਪਦੀ ਨਿਸ਼ਚਿਤ ਦੱਸੀ ਹੋਈ ਜਿਹੜੀ ਉਹਨਾਂ ਦੀ ਪਸੰਦੀਦਾ ਜਗ੍ਹਾ ਹੁੰਦੀ ਆ ਉਹਦੇ ਉੱਤੇ ਜਾ ਕੇ ਉਹ ਸ਼ੂਟ ਕਰਦੇ ਆ। ਤੇ ਜਿਹੜੇ ਫੋਟੋਗ੍ਰਾਫਰਾਂ ਦੀ ਮੈਂ ਗੱਲ ਕਰਾਂ ਜਿਨ੍ਹਾਂ ਦਾ ਕੰਮ ਰੁਕ ਗਿਆ ਸੀ, ਕਿਉਂਕਿ ਬਾਅਦ ਵਿੱਚ ਇੱਦਾਂ ਵੀ ਹੋਇਆ ਕਿ ਫੋਟੋਆਂ ਖਿਚਾਉਣ ਵਾਲਾ ਜਿਹੜਾ ਟ੍ਰੈਂਡ ਸੀ ਉਹ ਬਿਲਕੁਲ ਡਿਜੀਟਲ ਦੇ ਵਿੱਚ ਬਦਲ ਗਿਆ, ਬੜਾ ਕੁਛ ਚੇਂਜਿੰਗ ਉਹਦੇ ਵਿੱਚ ਆਈ, ਬਦਲਾਅ ਆਏ ਉਹਦੇ ਵਿੱਚ। ਫਿਰ ਉਹ ਤੋਂ ਬਾਅਦ ਵੀਡੀਓ ਜਿਹੜੀ ਸੀਗੀ ਉਹ ਜਦੋਂ ਬਣਨੀ ਸ਼ੁਰੂ ਹੋਈ ਤੇ ਬਹੁਤਾ ਜਿਹੜਾ ਇਸ ਤਰ੍ਹਾਂ ਦਾ ਹੋਇਆ ਕਿ ਜਿਹੜਾ ਕੰਮ ਸੀ ਫੋਟੋਗ੍ਰਾਫੀ ਦਾ ਉਹ ਬਹੁਤ ਜਾਣੀ ਕਿ ਨਿਗਾਰਬੰਦੀ ਚਲਾ ਗਿਆ ਸੀਗਾ। ਜਦੋਂ ਦੀਆਂ ਪ੍ਰੀ ਵੈਡਿੰਗਾਂ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ, ਫੋਟੋਗ੍ਰਾਫਰ ਜਿਹੜੇ ਵਿਹਲੇ ਬੈਠੇ ਸੀਗੇ ਉਹਨਾਂ ਨੂੰ ਇੰਨਾ ਕੁ ਕੰਮ ਮਿਲ ਗਿਆ ਕਿ ਅੱਜ ਕੋਈ ਵੀ ਫੋਟੋਗ੍ਰਾਫਰ ਜਿਹੜਾ ਆ ਉਹ ਵਿਹਲਾ ਨਹੀਂਗਾ। ਤੇ ਉਹਨਾਂ ਨੇ ਆਪਣੇ ਵੱਡੇ ਵੱਡੇ ਜਿਹੜੇ ਸਟੂਡੀਓ ਉਹ ਬਣਾਏ ਆ। ਸਟੂਡੀਓ ਦੀ ਮੈਂ ਅਗਰ ਗੱਲ ਦੱਸਣੀ ਚਾਹੂੰਗਾ ਕਿ ਲੁਧਿਆਣੇ ਦੇ ਵਿੱਚ, ਮੋਹਾਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਬਠਿੰਡੇ ਦੇ ਵਿੱਚ ਜਿਹੜੇ ਹੈਗੇ ਆ ਬਹੁਤ ਵੱਡੇ ਵੱਡੇ ਸਟੂਡੀਓ ਜਿਹੜੇ ਆ ਉਹ ਬਣਾਏ ਗਏ ਆ ਜਿੱਥੇ ਜਿਹੜੀ ਆ ਇਹ ਪ੍ਰੀ ਵੈਡਿੰਗ ਸ਼ੂਟ ਕੀਤੀ ਜਾਂਦੀ ਹੈ। ਬਿਲਕੁਲ। ਸੋ ਤਕਰੀਬਨ ਸਾਰੇ ਵੱਡੇ ਸ਼ਹਿਰ ਜਿੰਨੇ ਵੀ ਆ ਉਹਨਾਂ ਦੇ ਵਿੱਚ ਵੀ ਬੜੀਆਂ ਬੜੀਆਂ ਤਕੜੀਆਂ ਲੈਬਾਂ ਅਤੇ ਸਟੂਡੀਓ ਜਿਹੜੇ ਉਹ ਬਣੇ ਹੋਏ ਆ। ਇੱਥੋਂ ਤੱਕ ਕਿ ਅੰਮ੍ਰਿਤਸਰ ਦੀ ਵੀ ਗੱਲ ਕਰੀਏ ਤਾਂ ਜਗਰਾਓਂ, ਮੋਗੇ ਤੋਂ ਇੱਥੇ ਆ ਕੇ ਜਿਹੜੀਆਂ ਉਹ ਐਲਬਮਾਂ ਤਿਆਰ ਕੀਤੀਆਂ ਜਾਂਦੀਆਂ ਆ। ਸੋ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਕਿ ਪੁਰਾਣੇ ਜਿਹੜੇ ਵਿਆਹ ਸੀਗੇ ਉਹੀ ਮੂੰਹ ਮੁਹਾਂਦਰਾ ਰਹਿਣਾ ਚਾਹੀਦਾ ਵਾ, ਜਾਂ ਫਿਰ ਜਿਵੇਂ ਹੁਣ ਪੰਜਾਬ ਦੇ ਵਿੱਚ ਲੋਕ ਇਸ ਪਿਰਤ ਨੂੰ ਅਪਣਾ ਰਹੇ ਆ, ਇਸ ਦੇ ਨਾਲ ਖਰਚ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਏਗਾ ਅਤੇ ਰਵਾਇਤੀ ਵਿਆਹਾਂ ਤੋਂ ਵੀ ਜਿਹੜੇ ਆ ਉਹ ਅਸੀਂ ਟੁੱਟ ਜਾਵਾਂਗੇ। ਇਹ ਆ ਕਿ ਚਾਹੇ ਕਿ ਇਸ ਦੇ ਵਿੱਚ ਵੀ ਜਿਹੜੀ ਚੀਜ਼ ਆ ਉਹ ਕਈ ਵਾਰ ਅਜਿਹੀਆਂ ਬੈਕਗਰਾਊਂਡਾਂ ਦਿਖਾਈਆਂ ਜਾਂਦੀਆਂ ਪੁਰਾਣੇ ਜਗ੍ਹਾ ਦੇ ਉੱਤੇ ਲਿਜਾ ਕੇ, ਜਾਂ ਪਾਥੀਆਂ ਪੱਥਦੀਆਂ ਕੁੜੀਆਂ ਜਾ ਕੇ ਦਿਖਾਈ ਜਾਂਦੀ ਆ, ਜਾਂ ਪਾਥੀਆਂ ਲਾਉਂਦੀ ਘੀਰੇ ਦੇ ਵਿੱਚ ਦਿਖਾਈ ਜਾਂਦੀ ਆ। ਇਸ ਤਰ੍ਹਾਂ ਦੀਆਂ ਪ੍ਰੀ ਵੈਡਿੰਗਾਂ ਹੁੰਦੀਆਂ ਆ। ਪਰ ਜੇਕਰ ਇਹ ਇੱਕ ਬਨਾਵਟੀ ਚੀਜ਼ ਦਿਖਾਉਣ ਦੇ ਨਾਲੋਂ ਪੁਰਾਣੇ ਵਿਆਹਾਂ ਵਾਲਾ ਹੀ ਸਿਸਟਮ ਜਿਹੜਾ ਉਹ ਚੱਲ ਪਵੇ ਤਾਂ ਜ਼ਿਆਦਾ ਬਿਹਤਰ ਨਹੀਂ ਹੋਏਗਾ ਸਾਰਿਆਂ ਵਾਸਤੇ? ਬਿਲਕੁਲ। ਪਹਿਲਾਂ ਤਾਂ ਮੈਂ ਇਹ ਗੱਲ ਦੱਸਣਾ ਚਾਹੂੰਗਾ ਗੱਲ ਸਾਹਿਬ ਕਿ ਆਮ ਤੌਰ 'ਤੇ ਜਿਹੜੇ ਇਹ ਵਿਆਹ ਹੋ ਰਹੇ ਆ ਇਹਦੇ ਵਿੱਚ ਜਿਵੇਂ ਮੈਂ ਸਟੂਡੀਓ ਦੀ ਗੱਲ ਕੀਤੀ ਹੈ ਤੇ ਸਟੂਡੀਓ ਦੇ ਵਿੱਚ ਉਹਨਾਂ ਨੇ ਜਿਹੜੇ ਸਟੂਡੀਓ ਆ ਇਸ ਤਰ੍ਹਾਂ ਦੇ ਬਣਾਤੇ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿਵੇਂ ਫਿਲਮ ਸਿਟੀ ਬਣਾਈ ਗਈ ਕਿਸੇ ਵੀ ਸ਼ਹਿਰ 'ਚ, ਮੋਹਾਲੀ 'ਚ ਫਿਲਮ ਸਿਟੀ ਬਣੀ ਆ। ਇਸੇ ਤਰ੍ਹਾਂ ਬਠਿੰਡੇ ਦੇ ਕੋਲੇ ਮੈਂ ਦੋ ਪਿੰਡਾਂ ਦੀ, ਇੱਕ ਬਲਾਡੇ ਵਾਲਾ ਜੀ ਤੇ ਦੂਜਾ ਜਿਹੜਾ ਆ ਭੁੱਚੋ ਮੰਡੀ, ਇਹਦੀ ਗੱਲ ਕਰੂੰਗਾ। ਉੱਥੇ ਜਿਹੜੇ ਫਿਲਮ ਸਿਟੀ ਦੀ ਤਰਜ਼ ਦੇ ਉੱਤੇ ਜਿਹੜੇ ਸਟੂਡੀਓ ਆ ਉਹ ਤਿਆਰ ਕੀਤੇ ਗਏ ਆ। ਉਹਨਾਂ ਸਟੂਡੀਓ ਦੇ ਇਲਾਵਾ ਨਾਭੇ ਦੇ ਵਿੱਚ ਦੋ ਹਵੇਲੀਆਂ ਜਿਹੜੀਆਂ ਪੁਰਾਤਨ ਪਈਆਂ ਆ ਉੱਥੇ ਵੀ ਉਹਨਾਂ ਨੇ
ਇੱਕ ਚੱਲਣ ਇਹ ਬਣਾਇਆ ਹੋਇਆ ਕਿ ਉਹਦਾ ਕਿਰਾਇਆ ਜਿਹੜਾ ਲਿਆ ਜਾਂਦਾ ਹੈਗਾ। ਕਿਰਾਇਆ ਜਾਣੀ ਕਿ ਆਮ ਜਿਹੜਾ ਹੈਗਾ 5 ਤੋਂ 10,000 ਰੁਪਈਆ ਹੈਗਾ। ਨਾਭੇ ਦੇ ਕੋਲੇ ਜਿਹੜੀ ਹਵੇਲੀਆਂ ਬਣੀਆਂ ਹੈ ਉਹਦੇ ਵਿੱਚ ਡੇਲੀ ਜਿਹੜੀ ਰੋਜ਼ਾਨਾ ਦੀ ਅਸੀਂ ਗੱਲ ਕਰੀਏ, ਅਗਰ ਕੋਈ ਉੱਥੇ ਪ੍ਰੀ ਵੈਡਿੰਗ ਸ਼ੂਟ ਹੁੰਦਾ ਹੈ ਤੇ ਉਹਦੇ ਵਾਸਤੇ 8,000 ਰੁਪਈਆ ਪ੍ਰਤੀ ਦਿਨ ਜਿਹੜਾ ਆ ਉਹ ਉੱਥੋਂ ਖਰਚਾ ਲਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਜਿਹੜੇ ਹੋਰ ਸਟੂਡੀਓ ਬਣੇ ਆ ਬਠਿੰਡੇ ਦੇ ਵਿੱਚ ਖਾਸ ਤੌਰ ਦੇ ਉੱਤੇ, ਫਿਰ ਉਸ ਤੋਂ ਬਾਅਦ ਮੈਂ ਲਿਆਵਾਂ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਦੀ ਤੁਸੀਂ ਗੱਲ ਕੀਤੀ ਆ, ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਪ੍ਰੀ ਵੈਡਿੰਗ ਦਾ ਕੰਮ ਜਿਹੜਾ ਚੱਲ ਰਿਹਾ, ਕਿਉਂਕਿ ਅੰਮ੍ਰਿਤਸਰ ਜਿਹੜਾ ਆ ਉਹ ਮਹਾਨਗਰ ਆ। ਉਸ ਤੋਂ ਬਾਅਦ ਫਿਰ ਅਸੀਂ ਜਲੰਧਰ ਦੀ ਗੱਲ ਕਰ ਲਈ ਜਿਹੜੇ ਮਹਾਨਗਰ ਆ, ਫਿਰ ਪਟਿਆਲੇ ਦੀ ਗੱਲ ਕਰ ਲਈਏ, ਪਟਿਆਲੇ ਵਿੱਚ ਵਿਰਾਸਤੀ ਹਵੇਲੀਆਂ ਬਹੁਤ ਆ, ਉੱਥੇ ਵੀ ਆ ਕੇ ਫਿਲਮ ਸਿਟੀ ਦੀ ਤਰਜ਼ ਦੇ ਉੱਤੇ ਜਿਹੜੇ ਆ ਉਹ ਸਟੂਡੀਓ ਤਿਆਰ ਕੀਤੇ ਆ, ਜਿੱਥੇ ਇਸ ਤਰ੍ਹਾਂ ਦੇ ਜਿਹੜੇ ਫੋਟੋਗ੍ਰਾਫਰ ਜਿਹੜੇ ਪ੍ਰੀ ਵੈਡਿੰਗ ਸ਼ੂਟ ਕਰਦੇ ਆ ਉੱਥੇ ਆ ਕੇ ਉਹ ਸਾਰਾ ਹੀ ਜਿਹੜਾ ਹੈਗਾ ਆ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਵਿਰਸੇ ਨਾਲ ਸੰਬੰਧਿਤ ਸੀ, ਚਾਹੇ ਉਹ ਕੱਚੇ ਘਰ ਸੀਗੇ, ਚਾਹੇ ਉਹ ਗੱਡੇ ਸੀ, ਪੁਰਾਣੇ ਮੰਜੇ ਸੀ, ਪੁਰਾਣਾ ਪਹਿਰਾਵਾ ਸੀ, ਪੂਰੇ ਦਾ ਪੂਰਾ ਉਹਦੇ ਵਿੱਚ ਉਹਨਾਂ ਨੇ ਲਾਇਆ ਹੋਇਆ। ਹੁਣ ਅਸੀਂ ਗੱਲ ਕਰਦੇ ਹਾਂ ਵੀ ਜਿਹੜੇ ਪੁਰਾਣੇ ਤੇ ਸਾਦੇ ਸਾਡੇ ਵਿਆਹ ਸੀਗੇ ਉਹਨਾਂ ਵੱਲ ਮੁੜਿਆ ਜਾਊਗਾ, ਕਿਉਂਕਿ ਜਦੋਂ ਹੁਣ ਸਾਡੇ ਉਸ ਆਰਥਿਕਤਾ ਦੇ ਦੌਰ ਦੇ ਉੱਤੇ ਜਦੋਂ ਪੰਜਾਬ ਜਿਹੜਾ ਹੈਗਾ ਆ ਉਹਦੀ ਜਿਹੜੀ ਆਰਥਿਕਤਾ ਹੈ ਉਹ ਬਿਲਕੁਲ ਡਾਵਾਂਡੋਲ ਹੈ, ਜਦੋਂ ਕਿਸਾਨੀ ਜਿਹੜੀ ਹੈ ਉਹ ਆਤਮ ਹੱਤਿਆ ਦੇ ਰਾਹ ਪਈ ਹੋਈ ਆ, ਇਹਦੇ ਬਾਵਜੂਦ ਵੀ ਕਿਸਾਨ ਵਰਗ ਹੀ ਅਜਿਹਾ ਵਰਗ ਹੈ ਜਿਸ ਵਰਗ ਦੇ ਵਿੱਚ ਵਿਆਹਾਂ ਦਾ ਚੱਲਣ ਪ੍ਰੀ ਵੈਡਿੰਗ ਵਾਲੇ ਮਾਮਲੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਨੂੰ ਅਪਣਾ ਲਿਆ ਹੈਗਾ ਆ। ਇਸ ਕਰਕੇ ਜਿੰਨਾ ਚਿਰ ਉਹ ਲੋਕ ਆਪਣੇ ਉਹਨਾਂ ਰਵਾਇਤੀ ਵਿਆਹਾਂ ਵਾਲੇ ਪਾਸੇ ਵਾਪਸ ਨਹੀਂ ਮੁੜਦੇਗੇ ਉਹਨਾਂ ਚਿਰ ਤੱਕ ਜਿਹੜਾ ਹੈਗਾ ਆ ਕੋਈ ਵੀ ਹੱਲ ਨਹੀਂ ਨਿਕਲ ਸਕਦਾ। ਫਲਸਰੂਪ ਜਿਹੜੇ ਹੈਗੇ ਆ ਖਰਚੇ ਲੋੜੋਂ ਵੱਧ ਜਾਣੇ ਆ ਔਰ ਉਹਦਾ ਇੰਨਾ ਬੋਝ ਪੈਣਾ ਤੇ ਹੋ ਸਕਦਾ ਕਿ ਉਹਦੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਮਾਨਸਿਕ ਬਿਮਾਰੀਆਂ, ਸਰੀਰਕ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਹੋਰ ਵੱਧ ਜਾਣ ਤੇ ਖੁਦਕਸ਼ੀਆਂ ਦਾ ਜਿਹੜਾ ਚੱਲਣਾ ਹੈ ਉਹ ਹੋਰ ਵੀ ਵੱਧ ਦੀ ਸੰਭਾਵਨਾ ਹੈਗੀ ਆ, ਕਿਉਂਕਿ ਕਰਜ਼ੇ ਚੜੇ ਹੋਣੇ ਆ, ਕਰਜ਼ੇ ਲੈਂਦੇ ਹੀ ਨਹੀਂਗੇ ਤੇ ਕਰਜ਼ਿਆਂ ਨੂੰ ਲੈਣ ਦਾ ਸਾਡੇ ਕੋਲੇ ਕੋਈ ਵੀ ਵਸੀਲਾ ਜਿਹੜਾ ਆ ਉਹ ਨਹੀਂ ਹੈਗਾ ਜੀ। ਸਿੱਧੂ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਉਹੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਸੀਗਾ ਕਿ ਪੰਜਾਬੀ ਜਿਹੜੇ ਆ ਉਹ ਇੰਨਾ ਬੋਝ ਜਿਹੜਾ ਆ ਉਹ ਝੱਲ ਲੈਣਗੇ। ਇੱਕ ਪਾਸੇ ਵਿਆਹ ਦਾ ਖਰਚਾ, ਪੈਲਸਾਂ 'ਚ ਅਸੀਂ ਵਿਆਹ ਕਰ ਰਹੇ, ਇਸ ਦੇ ਨਾਲ ਨਾਲ ਜਿਹੜੀ ਵਿਆਹ ਦੀ ਮੂਵੀ ਬਣਾਈ ਜਾਂਦੀ ਆ, ਵੀਡੀਓਗ੍ਰਾਫੀ ਕੀਤੀ ਜਾਂਦੀ, ਸਾਰਾ ਉਹਦਾ ਖਰਚਾ ਵੀ ਮੈਂ ਸਮਝਦਾ ਕਿ ਇੱਕ ਵਿਆਹ ਦੇ ਜਿੰਨਾ ਇੱਕ ਵਿਆਹ 'ਤੇ ਖਰਚਾ ਆਉਂਦਾ ਉਹਦੇ ਅੱਧ 'ਚ ਉਹਦਾ ਖਰਚਾ ਵੀ ਪੈ ਜਾਂਦਾ ਆ। ਸੋ ਇਹ ਬੜੇ ਵੱਡੇ ਪੱਧਰ ਦੇ ਉੱਤੇ ਆ। ਇਹ ਇੱਕ ਅਜਿਹਾ ਸਮੁੰਦਰ ਆ ਜਿਸ ਦੇ ਵਿੱਚ ਜਦੋਂ ਛਾਲ ਮਾਰ ਕੇ ਦੇਖੋ ਤਾਂ ਇਹਦੀ ਗਹਿਰਾਈ ਜਿਹੜੀ ਹੈ ਉਹ ਪਤਾ ਨਹੀਂ ਲੱਗਦੀ ਕਿ ਕੀ ਕੁਛ ਜਿਹੜਾ ਆ ਤੁਹਾਡੇ ਸਾਹਮਣੇ ਜਿਹੜੇ ਪ੍ਰੋਫੈਸ਼ਨਲ ਫੋਟੋਗ੍ਰਾਫਰ, ਵੀਡੀਓਗ੍ਰਾਫਰ ਨੇ ਉਹ ਕੀ ਕੁਛ ਲੈ ਕੇ ਆਉਂਦੇ ਆ, ਕੱਢਦੇ ਆ ਕਿ ਆਹ ਇਸ ਤਰ੍ਹਾਂ ਹੋਏਗਾ, ਇਸ ਤਰ੍ਹਾਂ ਹੋਏਗਾ। ਸੋ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਦੌਰ ਜਾਰੀ ਰਹਿੰਦਾ ਆ ਤਾਂ ਪੰਜਾਬੀਆਂ ਵਾਸਤੇ ਘਾਤਕ ਸਿੱਧ ਹੋ ਸਕਦਾ? ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਗਿੱਲ ਸਾਹਿਬ। ਇੱਥੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਇਹ ਵਿਆਹ ਕਿਵੇਂ ਕੀਤੇ ਜਾਂਦੇ, ਕਿੱਥੇ ਜਾ ਕੇ ਕੀਤੇ ਜਾਂਦੇ ਜੀ। ਕੁਛ ਤਾਂ ਜਿਹੜੀਆਂ ਲੋਕੇਸ਼ਨਾਂ ਆ ਉਹ ਇਸ ਤਰ੍ਹਾਂ ਦੀਆਂ ਬਣਾ ਦਿੱਤੀਆਂ ਗਈਆਂ, ਜਿਵੇਂ ਮੈਂ ਸਟੂਡੀਓ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਜਿਹੜੀ ਆ ਪੰਜਾਬੀਆਂ ਦੀ ਖਾਸ ਤੌਰ ਤੇ ਮਾਲਵਾ ਖਿੱਤੇ ਦੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਵੈਸੇ ਤਾਂ ਪੂਰਾ ਪੰਜਾਬ ਹੀ ਇਹਦੇ ਵਿੱਚ ਸ਼ਾਮਲ ਆ। ਮਾਲਵਾ ਖਿੱਤੇ ਦੇ ਬਹੁਤੇ ਲੋਕ ਜਿਹੜੇ ਆ ਉਹ ਰਾਜਸਥਾਨ ਜਾ ਰਹੇ ਆ। ਰਾਜਸਥਾਨ ਦੇ ਵਿੱਚ ਜਿਵੇਂ ਆਪਾਂ ਉਦੈਪੁਰ ਦੀ ਗੱਲ ਕਰ ਲਈਏ, ਜੋਧਪੁਰ ਦੀ ਗੱਲ ਕਰ ਲਈਏ, ਜੈਪੁਰ ਦੀ ਗੱਲ ਕਰ ਲਈਏ, ਜੈਸਲਮੇਰ ਦੀ ਗੱਲ ਕਰ ਲਈਏ, ਪਾਲੀ ਦੀ ਗੱਲ ਕਰ ਲਈਏ, ਸਰੋਹੀ ਦੀ ਗੱਲ ਕਰ ਲਈਏ, ਮਾਊਂਟ ਆਬੂ ਦੀ ਗੱਲ ਕਰ ਲਈਏ, ਇਹੋ ਜਿਹੀਆਂ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਉਹ ਸ਼ੂਟ ਕਰਦੇ ਪਏ ਆ। ਦੂਸਰੇ ਪਾਸੇ ਹਿਮਾਚਲ ਦੇ ਵਿੱਚ ਜਿਹੜਾ ਹੈਗਾ ਆ ਉਹ ਕਾਂਗੜਾ ਆ ਤੇ ਸ਼ਿਮਲਾ ਆ, ਤੇ ਇਸੇ ਤਰ੍ਹਾਂ ਹੀ ਉੱਥੇ ਕਸ਼ਮੀਰ ਦੇ ਵਿੱਚ ਜਾ ਕੇ ਜਾਂ ਫਿਰ ਉਹ ਲਦਾਖ ਦੇ ਵਿੱਚ ਜਾ ਕੇ ਵੀ ਸ਼ੂਟ ਕਰਦੇ ਪਏ ਆ। ਇਸ ਤੋਂ ਵੱਧ ਇਹਨਾਂ ਵਿਆਹਾਂ ਉੱਤੇ ਤਾਂ ਜਿਹੜਾ ਖਰਚਾ ਆਉਂਦਾ ਹੀ ਆਉਂਦਾ ਹੈਗਾ, ਲੱਖ 2 ਲੱਖ ਰੁਪਏ ਦੇ ਵਿੱਚ ਇਹ ਜਿਹੜੇ ਵਿਆਹ ਭੁਗਤਾਏ ਜਾਂਦੇ ਆ। ਉਸ ਤੋਂ ਬਾਅਦ ਨੈਕਸਟ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਆਰਥਿਕ ਪੱਖੋਂ ਜਿਹੜੇ ਆ ਹੋਰ ਸੰਭਲੇ ਹੋਏ ਆ। ਉਹ ਲੋਕ ਕੀ ਕਰਦੇ ਆ, ਉਹਨਾਂ ਨੇ ਚਲਣ ਬਣਾਇਆ ਹੋਇਆ ਬਾਹਰ ਜਾ ਕੇ। ਬਾਹਰ ਕਿੱਦਾਂ ਹੈ, ਜਿਵੇਂ ਹੁਣ ਜਿਹੜੀ ਪਸੰਦੀਦਾ ਜਿਹੜੀਆਂ ਜਗ੍ਹਾ ਆ ਜਿੱਥੇ ਬਾਹਰ ਜਾ ਕੇ ਪ੍ਰੀ ਵੈਡ ਸ਼ੂਟ ਕੀਤੀ ਜਾਂਦੀ ਆ, ਤਾਂ ਗਿੱਲ ਸਾਹਿਬ ਉਹ ਸ਼ੂਟ ਜਿਹੜੀ ਆ ਘੱਟ ਤੋਂ ਘੱਟ ਇਹਨਾਂ ਨੂੰ ਬਾਹਰ ਵਿਦੇਸ਼ ਵਿੱਚ ਜਾ ਕੇ ਕਰਨ ਦੀ ਸਮੇਤ ਪਹਿਰਾਵੇ ਸਮੇਤ ਉਹਨਾਂ ਦਾ ਸਾਰੇ ਖਰਚੇ ਜਿਹੜੇ ਆ ਉਹ ਘੱਟੋ ਘੱਟ 6 ਤੋਂ 7 ਲੱਖ ਰੁਪਈਆ ਇਸ ਟਾਈਮ ਪੈਂਦੀ ਪਈ ਆ, ਜਿਹਦੇ ਵਿੱਚ ਦੁਬਈ ਆ, ਉਸ ਤੋਂ ਬਾਅਦ ਫਿਰ ਦੁਬਈ ਤੋਂ ਬਾਅਦ ਮਲੇਸ਼ੀਆ ਆ ਗਿਆ, ਹਾਂਗਕਾਂਗ ਆ ਗਿਆ, ਸਿੰਗਾਪੁਰ ਆ ਗਿਆ, ਪੈਰਿਸ ਆ ਗਿਆ, ਹੁਣ ਕੀ ਕੈਨੇਡਾ ਵਰਗੇ ਸ਼ਹਿਰਾਂ ਜਾਂ ਆਸਟ੍ਰੇਲੀਆ ਵਿੱਚ ਜਾ ਕੇ ਵੀ ਸ਼ੂਟ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਆ। ਇਸ ਤਰੀਕੇ ਨਾਲ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਆਰਥਿਕਤਾ ਨੂੰ ਜਿਹੜਾ ਆ ਉਹ ਸੱਟ ਵੱਜੀ ਆ, ਕਿਉਂਕਿ ਪਤਾ ਨਹੀਂ ਉਹ ਜੁਗਾੜ ਮਾਪਿਆਂ ਨੇ ਕਿਸ ਤਰੀਕੇ ਨਾਲ ਕੀਤਾ ਹੁੰਦਾ ਆ। ਕਿਉਂਕਿ ਇੱਕ ਪਾਸੇ ਧੀ ਪੁੱਤ ਦੇ ਵਿਆਹ ਦੀ ਖੁਸ਼ੀ ਹੁੰਦੀ ਆ, ਦੂਜੇ ਪਾਸੇ ਉਹਨਾਂ ਨੂੰ ਇਹ ਹੁੰਦਾ ਵੀ ਜੇ
ਇੰਨਾ ਖਰਚਾ ਕਰ ਲਿਆ, ਜੇ ਉੱਥੇ ਇੱਕ ਸੱਟ ਹੋਰ, ਜਿੱਥੇ ਇੰਨੀਆਂ ਸੱਟਾਂ ਵੱਜੀਆਂ, ਆਪਾਂ ਕਹਾਵਤ ਪੰਜਾਬੀ 'ਚ ਕਹਿ ਦਿੰਦੇ, ਜੇ ਉੱਥੇ ਇੱਕ ਸੱਟ ਹੋਰ ਵੱਜ ਗਈ ਤੇ ਕੀ ਅਸਰ ਹੋਣਾ ਇਸ ਗੱਲ ਦਾ। ਸੋ ਇਹ ਜਿਹੜਾ ਆ ਬਹੁਤ ਵੱਡਾ ਜਿਹੜਾ ਬੋਝ ਪੈ ਰਿਹਾ ਹੈਗਾ ਆ। ਜਿੰਨਾ ਚਿਰ ਤੱਕ ਪੰਜਾਬੀ ਪੁਰਾਣੇ ਵਿਆਹਾਂ ਤਰ੍ਹਾਂ ਉਹ ਸਾਦਗੀ ਨਹੀਂ ਅਪਣਾਉਂਦੇਗੇ, ਕਿਉਂਕਿ ਇਕੱਲੇ ਜਿਹੜੇ ਰੋਟੀ ਦਾ ਖਰਚਾ ਹੀ ਸਾਡੇ ਮਾਣ ਨਹੀਂ ਸੀਗਾ, ਵਿਆਹ ਦੇ ਵਿੱਚ ਇੰਨੀ ਵੰਨ-ਸੁਵੰਨਤੀ ਜਿਹੜੀ ਰੋਟੀ ਔਰ ਖਾਣੇ ਤਿਆਰ ਹੋਣ ਲੱਗ ਗਏ ਹੈਗੇ ਆ। ਔਰ ਇਸ ਤਰ੍ਹਾਂ ਦਾ ਵੀ ਉਹ ਖਾਣਾ ਆਉਣ ਲੱਗ ਗਿਆ ਜਿਹਦਾ ਪਹਿਲਾਂ ਹੀ ਬੋਝ ਬੜਾ ਹੁੰਦਾ ਸੀ, ਕਿ ਰੋਟੀ ਜਿਹੜੀ ਪਹਿਲਾਂ ਸਾਦਗੀ ਸੀ, ਹੁਣ ਉਹ ਰੋਟੀ ਦੇ ਵਿੱਚ ਇੰਨਾ ਕੁਝ ਸ਼ਾਮਲ ਹੋ ਚੁੱਕਿਆ, ਉਸ ਖਾਣੇ 'ਚ ਇੰਨਾ ਕੁਝ ਸ਼ਾਮਲ ਹੋ ਚੁੱਕਿਆ। ਤੇ ਉੱਤੋਂ ਜਦੋਂ ਪ੍ਰੀ ਵੈਡਿੰਗ ਵਰਗੇ ਜਿਹੜੇ ਘੱਟੋ ਘੱਟ ਵਿਆਹ ਤੋਂ ਪਹਿਲਾਂ ਹੀ 5-6 ਲੱਖ ਰੁਪਇਆ ਆਮ ਸਧਾਰਨ ਪਰਿਵਾਰ ਦੇ ਉੱਤੇ, ਮੱਧ ਵਰਗੀ ਪਰਿਵਾਰ ਦੇ ਉੱਤੇ ਜੇ ਬੋਝ ਪਵੇ ਤੇ ਉਹ ਆਖਰ ਕਿੱਥੇ ਜਾਊਗਾ? ਜਾਂ ਤਾਂ ਉਹ ਕਰਜ਼ੇ ਦੀ ਪੰਡ ਲੈ ਕੇ ਜਿਉਂਦਾ ਰਹੂਗਾ, ਤੇ ਜਿੰਨਾ ਚਿਰ ਕਰਜ਼ਾ ਲੈਂਦਾ ਨਹੀਂ ਉਹਨਾਂ ਚਿਰ ਉਸੇ ਦੇ ਵਿੱਚ ਹੀ ਉਹ ਗਲਤਾਨ ਰਹੂਗਾ। ਸੋ ਇਸ ਤਰ੍ਹਾਂ ਦਾ ਚੱਲਣ ਜਿਹੜਾ ਹੈਗਾ ਆ, ਤਾਂ ਕਿ ਗਰੀਬ ਲੋਕ ਜਿਹੜੇ ਆ ਇਹਦੇ ਵਿੱਚ ਆ ਕੇ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਆ ਕਰਜ਼ੇ ਚੜਾ ਕੇ ਖਰਾਬ ਨਾ ਕਰ ਲੈਣ ਜੀ। ਤੇ ਉਹਨਾਂ ਦੀ ਲੋੜ ਆ ਕਿ ਉਹ ਫਿਰ ਤੋਂ ਆਪਣੇ ਉਸ ਵਿਰਾਸਤੀ ਵਿਆਹਾਂ ਵਾਲੇ ਪਾਸੇ, ਜਿਹੜੇ ਕਿ ਬਿਲਕੁਲ ਸਾਦਗੀ ਨਾਲ ਕੀਤੇ ਜਾਂਦੇ ਸੀ, ਜੇ ਉਹਦੇ ਪਾਸੇ ਮੁੜਨਗੇ ਤਦ ਹੀ ਜਿਹੜਾ ਪੰਜਾਬ ਦਾ ਇਹ ਰਸਮ ਨੂੰ ਵੀ ਸੰਭਾਲਿਆ ਜਾ ਸਕਦਾ, ਰਸਮੋ ਰਿਵਾਜ ਜਿਹੜੇ ਉਸੇ ਤਰ੍ਹਾਂ ਕਾਇਮ ਰੱਖੇ ਜਾ ਸਕਦੇ ਹੈਗੇ, ਤੇ ਅਸੀਂ ਆਪਣੇ ਇਸ ਪੱਖ ਨੂੰ ਜਿਹੜਾ ਹੈਗਾ ਹੋਰ ਉਭਾਰ ਸਕਦੇ ਹਾਂ ਜੀ। ਸੋ ਅੰਤ ਦੇ ਉੱਤੇ ਜਿਹੜੇ ਦਰਸ਼ਕ ਸਾਨੂੰ ਸੁਣ ਰਹੇ ਆ ਤੇ ਇਸ ਪੂਰੇ ਪ੍ਰੋਗਰਾਮ ਨੂੰ ਉਹਨਾਂ ਨੇ ਦੇਖਿਆ, ਪ੍ਰੀ ਵੈਡਿੰਗ ਦੀ ਅਸੀਂ ਗੱਲ ਕੀਤੀ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਇਸ ਚੀਜ਼ ਦਾ ਮੈਂ ਸਮਝਦਾ ਹਾਂ ਕਿ ਬਹੁਤਾ ਫਾਇਦਾ ਜਿਹੜਾ ਆ ਉਹ ਹੈ ਨਹੀਂ। ਸੋ ਕੀ ਕਹਿਣਾ ਚਾਹੋਗੇ? ਜੀ ਗੱਲ ਸਾਹਿਬ, ਕਹਿਣ ਦਾ ਅਸੀਂ ਕੀ ਸੁਨੇਹਾ ਦੇਣਾ ਆ, ਕਿਉਂਕਿ ਹੁਣ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤਕਰੀਬਨ ਹੀ ਸਾਰੇ ਹੀ ਇਸ ਗੱਲੋਂ ਚਿੰਤਕ ਵੀ ਆ, ਕਹਿ ਸਕਦਾ ਹੈਗਾ ਆ, ਸੋਚਣ ਵਾਲੇ ਵੀ ਹੈਗੇ ਆ। ਉਹਨਾਂ ਨੂੰ ਸਮਝਾਉਣ ਦੀ ਗੱਲ ਇਹ ਆ ਵੀ ਇਸ਼ਾਰਾ ਮੱਤਰ ਦੇਣਾ ਹੀ ਬੜਾ ਹੁੰਦਾ ਹੈਗਾ। ਤਾਂ ਨੌਜਵਾਨ ਦੋਸਤੋ, ਜਿਹੜੇ ਤੁਸੀਂ ਨਵੇਂ ਵਿਆਹ ਜੋੜੇ ਹੋ, ਜਦੋਂ ਤੁਸੀਂ ਇਸ ਤਰ੍ਹਾਂ ਦੇ ਵਿਆਹਾਂ ਦੇ ਉੱਤੇ ਖਰਚਾ ਕਰਦੇ ਹੈਗੇ ਹੋ, ਠੀਕ ਆ, ਤੁਸੀਂ ਪੈਸਾ ਕਮਾਇਆ, ਤੁਸੀਂ ਲਾਉਣਾ ਵੀ ਇੱਕ ਵਾਰੀ ਹੀ ਲਾਉਣਾ ਆ, ਪਰ ਜਦੋਂ ਤੁਹਾਡੇ ਵਰਗੇ ਨੌਜਵਾਨ ਜਿਹੜੇ ਆ ਉਹ ਆ ਕੇ ਮੰਚ ਦੇ ਉੱਤੇ ਖੜੋ ਕੇ ਜਾਂ ਕਿਸੇ ਜਗ੍ਹਾ ਦੇ ਉੱਤੇ ਆ ਕੇ ਉਹ ਸੱਭਿਆਚਾਰ ਦੀ ਦੁਹਾਈ ਦਿੰਦੇ ਆ, ਤੇ ਬੜਾ ਅਫਸੋਸ ਕਰਦਾ ਕਿ ਦੋਹਰਾ ਕਿਰਦਾਰ ਕਿਉਂ ਆ, ਦੋਹਰਾ ਨਕਾਬ ਅਸੀਂ ਕਿਉਂ ਚੜਾਇਆ ਵੀ? ਇੱਕ ਪਾਸੇ ਤਾਂ ਅਸੀਂ ਸੱਭਿਆਚਾਰ ਦੀ ਦੁਹਾਈ, ਵਿਰਾਸਤੀ ਦੁਹਾਈ ਦਿੰਦੇ ਪਏ ਆ, ਦੂਜੇ ਪਾਸੇ ਉਸ ਚੀਜ਼ ਨੂੰ ਵੀ ਅਪਣਾ ਕੇ ਬੈਠੇ ਜਿੱਥੇ ਬੇਲੋੜਾ ਖਰਚਾ। ਜੇ ਕਿਤੇ ਉਹੀ ਖਰਚਾ ਜਿਹੜਾ 5-6 ਲੱਖ ਰੁਪਏ ਤੁਸੀਂ ਵਿਆਹ ਦੇ ਉੱਤੇ ਖਰਚ ਕਰ ਸਕਦੇ ਆ, ਸੋਚੋ ਜਿਹੜਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਆ ਘਰ ਦੇ ਵਿੱਚ ਔਲਾਦ ਨੇ ਆਉਣਾ ਹੁੰਦਾ ਆ, ਅਗਲੇ ਸਮੇਂ ਦੀਆਂ ਲੋੜਾਂ ਬਹੁਤ ਹੁੰਦੀਆਂ ਆ, ਤੇ ਜੇ ਉਹੀ ਪੈਸਾ ਤੁਸੀਂ ਆਪਣਾ ਜਮ੍ਹਾਂ ਕਰ ਲਓ, ਦੋ ਚੀਜ਼ਾਂ ਦਾ ਫਾਇਦਾ ਹੋਊਗਾ। ਸਮਾਜ ਦਾ ਭਲਾ 'ਚ ਇਹ ਹੋਊਗਾ ਕਿ ਜਿਹੜਾ ਗਰੀਬ ਬੰਦਾ ਆ ਉਹ ਅੰਦਰੇ ਅੰਦਰ ਹੀ ਕਿਤੇ ਵਿਚਾਰਾ ਕੁੜਦਾ ਆ ਵੀ ਕਾਸ਼ ਮੈਂ ਇਹਨਾਂ ਦੇ ਬਰਾਬਰ ਇਦਾਂ ਦਾ ਵਿਆਹ ਕਿਉਂ ਨਹੀਂ ਕਰ ਸਕਿਆ ਗਿਆ, ਇਹਨਾਂ ਦੇ ਬਰਾਬਰ ਕਿਉਂ ਨਹੀਂ ਜਾ ਸਕਿਆ ਗਾ। ਸੋ ਇੱਕ ਸੱਭਿਆਚਾਰ ਦੀ ਰਾਖੀ ਦੇ ਵਾਸਤੇ, ਦੂਸਰਾ ਉਹਨਾਂ ਗਰੀਬਾਂ ਦੀ ਕਰਕੇ, ਤੀਸਰਾ ਤੁਹਾਡੇ ਲਈ ਬਚਤ ਦਾ ਜਿਹੜਾ ਸਾਧਨ ਹੈ ਉਹ ਹੋ ਸਕਦਾ ਹੈਗਾ ਕਿ ਇਸ ਤਰ੍ਹਾਂ ਦਾ ਜਿਹੜਾ ਪੈਸਾ ਉਹ ਤੁਸੀਂ ਜਮ੍ਹਾਂ ਕਰਾ ਕੇ ਰੱਖੋ, ਤੇ ਫਿਰ ਤੋਂ ਜਿਹੜਾ ਆ ਸਾਦੇ ਤੇ ਉਹਨਾਂ ਪਰਿਵਾਰਕ ਵਿਆਹਾਂ ਨੂੰ ਫਿਰ ਤੋਂ ਜ਼ਿਆਦਾ ਮੈਂ ਕਹੂੰਗਾ ਉਹਨੂੰ ਲਾਗੂ ਕਰੋ। ਜੇ ਉਹ ਵਿਆਹ ਕਰਵਾਓਗੇ ਉਸ ਤਰੀਕੇ ਦੀ ਸਾਦਗੀ ਨਾਲ ਕਰੋਗੇ, ਤੇ ਅੱਜ ਜੋ ਫਿਲਮਾਂ ਵਿੱਚ ਦੇਖ ਕੇ ਤੁਹਾਨੂੰ ਕਿਤੇ ਰਸ਼ਕ ਆਉਂਦਾ ਕਿ ਯਾਰ ਸਾਡਾ ਪੰਜਾਬੀ ਸੱਭਿਆਚਾਰ ਜਿਹੜੇ 80-90 ਦੇ ਜ਼ਮਾਨੇ 'ਚ ਵਿਆਹ ਸੀਗੇ ਉਹ ਵਾਕਈ ਬੜੇ ਸੋਹਣੇ ਸੀ, ਅਸੀਂ ਵੇਖੇ ਵੇ ਆ। ਸਾਨੂੰ ਲੱਗਦਾ ਹੋ ਸਕਦਾ ਕਿ ਸਾਡੀ ਪੀੜ੍ਹੀ 'ਚ ਮੈਂ ਔਰ ਗਿੱਲ ਸਾਹਿਬ ਜੇ ਬੈਠੇ ਆ, ਤੇ ਸਾਡੇ ਜਿਹੜੇ ਮਾਂ-ਬਾਪ ਸੀਗੇ ਉਹਨਾਂ ਨੇ ਉਸ ਵੇਲੇ 'ਚ ਇਸੇ ਰਸਮਾਂ ਨਾਲ ਵਿਆਹ ਕਰਵਾਏ ਸੀ। ਜਦੋਂ ਅਸੀਂ ਪੁਰਾਣੀਆਂ ਘਰ 'ਚ ਐਲਬਮਾਂ ਗਿੱਲ ਸਾਹਿਬ ਦੇਖਦੇ ਆ ਤੇ ਵੇਖ ਕੇ ਰਸ਼ਕ ਆਉਂਦਾ ਕਿ ਵਾਕਈ ਉਹ ਕਿੰਨਾ ਪਿਆਰਾ ਮੋਹ ਮੁਹੱਬਤਾਂ ਤੇ ਰਿਸ਼ਤੇ ਤੇ ਮੇਲ ਮਿਲਾਪ ਤੇ ਮੇਲ ਦੀਆਂ ਰੋਟੀਆਂ ਤੇ ਪਿੰਡਾਂ ਦੇ ਵਿੱਚ ਭੰਡਾਰੇ, ਤੇ ਲੋਕਾਂ ਨੇ ਯਾਦ ਰੱਖਣਾ ਵੀ ਲੈ ਵੀ ਫਲਾਨਾ ਸਿਉਂ ਦੇ ਵਿਆਹ ਹੋਇਆ ਸੀ। ਸੋ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਵਾਪਸ ਆਪਣੀ ਸਾਦਗੀ ਨੂੰ ਅਪਣਾਓ, ਤਦ ਹੀ ਜ਼ਿੰਦਗੀ ਜਿਹੜੀ ਆ ਖੁਸ਼ਹਾਲ ਹੋ ਸਕਦੀ। ਸੋ ਬਿਲਕੁਲ ਸਿੱਧੂ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਅਸੀਂ ਅੱਜ ਇੱਕ ਨਵਾਂ ਵਿਸ਼ਾ ਜਿਹੜਾ ਉਹ ਲੈ ਕੇ ਉਸ ਦੇ ਉੱਤੇ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਵੀ ਆਇਆ ਹੋਵੇਗਾ। ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਨਵੇਂ ਵਿਸ਼ਿਆਂ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸੋ ਤੁਹਾਡੇ ਤੋਂ ਆਗਿਆ ਚਾਹਾਂਗੇ, ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।